ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਹਜੂਰ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਵਿਚਾਰ ਜੀਵਨ ਦੇ ਤੱਤ ਗਿਆਨ ਦੀ ਵਿਚਾਰ ਹੈ। ਸਾਡਾ ਜੀਵਨ ਇੱਕ ਬਹਾਵ ਦੀ ਤਰ੍ਹਾਂ ਚੱਲ ਰਿਹਾ ਹੈ, ਪਰ ਇਸ ਬਹਾਵ ਦੇ ਪਿੱਛੇ ਇੱਕ ਇਹੋ ਜਿਹੀ ਮਾਨਸਿਕ ਅਵਸਥਾ ਹੈ ਜਿਸ ਨੂੰ ਮਹਾਰਾਜ ਥਿਰ ਕਹਿੰਦੇ ਹਨ, ਜੋ ਸਦਾ ਥਿਰ ਹੈ, ਸਦਾ ਇਕਸਾਰ ਹੈ ਔਰ ਸਦਾ ਆਨੰਦ ਵਿੱਚ ਵਿਆਪਕ ਹੈ। ਗੁਰੂ ਅਮਰਦਾਸ ਮਹਾਰਾਜ ਉਸ ਆਨੰਦ ਦੀ ਗੱਲ ਸਾਡੇ ਮਨ ਤੱਕ ਪਹੁੰਚਾਉਣਾ ਚਾਹੁੰਦੇ ਹਨ। ਪੁਕਾਰ ਪੁਕਾਰ ਕੇ ਗੁਰੂ ਹਰ ਪੌੜੀ ਵਿੱਚ ਆਨੰਦ ਦੇ ਰਹੱਸ ਔਰ ਭੇਦ ਖੋਲ੍ਹਦਾ ਹੈ। ਜੀਵਨ ਦੇ ਇਸ ਪਾਰ ਹਨੇਰੇ ਵਿੱਚ ਮੈਂ ਖੜਾ ਹਾਂ, ਜੀਵਨ ਦੇ ਉਸ ਪਾਰ ਮੇਰਾ ਗੁਰੂ ਹੈ। ਮੈਂ ਉਲਝਣ ਵਿੱਚ ਹਾਂ, ਗਲਤੀਆਂ ਵਿੱਚ ਹਾਂ, ਤਣਾਅ ਵਿੱਚ ਹਾਂ, ਦੁੱਖ ਦਾ ਸਾਹਮਣਾ ਕਰਦਾ ਹਾਂ ਔਰ ਭੈਭੀਤ ਹਾਂ। ਗੁਰੂ ਪੁਕਾਰ ਕੇ ਨਦੀ ਦੇ ਉਸ ਪਾਰ, ਜੀਵਨ ਦੇ ਉਸ ਪਾਰ, ਮਨ ਦੇ ਉਸ ਪਾਰ ਇੱਕ ਅਵਸਥਾ ਦੀ ਗੱਲ ਸਾਨੂੰ ਦੱਸਦੇ ਹਨ, ਤਾਂ ਕਿ ਜੀਵਨ ਸਮਝ ਆਏ ਕਿ ਇਸ ਕਨਫਿਊਜ਼ਨ ਤੋਂ ਬਾਅਦ, ਇਸ ਮਨ ਦੇ ਵਿਚਾਰਾਂ ਦੇ ਪਰਦੇ ਤੋਂ ਪਰੇ ਕੁਝ ਹੋਰ ਜੀਵਨ ਹੈ ਜੋ ਸਾਡੇ ਹੱਥੋਂ ਨਿਕਲ ਰਿਹਾ ਹੈ। ਜੀਵਨ ਤਾਂ ਛਿਨ ਛਿਨ ਵਿੱਚ ਬਹਿ ਰਿਹਾ ਹੈ, ਸਮਾਂ ਨਿਕਲ ਰਿਹਾ ਹੈ, ਸਵਾਸ ਨਿਕਲ ਰਹੇ ਹਨ ਔਰ ਜੀਵਨ ਦਾ ਤੱਤ ਗਿਆਨ ਹੱਥੋਂ ਕਾਬੂ ਨਹੀਂ ਆ ਰਿਹਾ। ਗੁਰੂ ਮਨ ਦੇ ਉਸ ਪਾਰ ਦੀ ਅਵਸਥਾ ਦੀ ਗੱਲ ਸਾਨੂੰ ਦੱਸ ਰਹੇ ਹਨ, ਜਿਹੜੀ ਸਦਾ ਵਿਕਾਸ ਦੀ ਗੱਲ ਹੈ। ਮਹਾਰਾਜ, ਮੈਂ ਜੀਵਨ ਵਿੱਚ ਕੀ ਕਰਦਾ ਹਾਂ, ਮੈਂ ਉਸ ਨੂੰ ਸਭ ਤੋਂ ਜ਼ਰੂਰੀ ਜਾਣਦਾ ਹਾਂ ਜੀਵਨ ਵਿੱਚ। ਪਰ ਕੀ ਚੀਜ਼ਾਂ ਜ਼ਰੂਰੀ ਹਨ ਔਰ ਕੀ ਨਹੀਂ ਹਨ, ਕੀ ਮੈਟਰ ਨਹੀਂ ਕਰੇਗਾ ਜਦੋਂ ਜੀਵਨ ਸਮਾਪਤ ਹੋਏਗਾ ਔਰ ਕੀ ਮੈਟਰ ਕਰੇਗਾ, ਇਹ ਤਾਂ ਹੀ ਸਮਝ ਆ ਸਕਦਾ ਹੈ ਜਦ ਜੀਵਨ ਇੱਕ ਕੰਪਲੀਟ ਪਰਸਪੈਕਟਿਵ ਵਿੱਚ ਦੇਖਿਆ ਜਾਏ, ਜਦ ਜੀਵਨ ਔਰ ਮੌਤ ਦੋਨੋਂ ਪਹਿਲੂ ਸਾਹਮਣੇ ਰੱਖ ਕੇ ਜੀਵਨ ਨੂੰ ਜਾਣਿਆ ਜਾਏ। ਬਿਨਾਂ ਮੌਤ ਦੇ ਮ੍ਰਿਤਿੂ ਨੂੰ ਵਿੱਚ ਪਾਏ ਜੀਵਨ ਨਹੀਂ ਸਮਝ ਆ ਸਕਦਾ ਔਰ ਜੀਵਨ ਪੂਰੀ ਤਰ੍ਹਾਂ ਤਾਂ ਹੀ ਸਮਝ ਆਏਗਾ ਜਦੋਂ ਜੀਵਨ ਨੂੰ ਮ੍ਰਿਤਿੂ ਦੇ ਅੱਖਾਂ ਦੇ ਚਸ਼ਮੇ 'ਚੋਂ ਦੇਖਿਆ ਜਾਏ। ਗੁਰੂ ਉਸ ਪਾਰ ਦੀ ਗੱਲ ਕਰਦੇ ਹਨ ਜਿੱਥੇ ਮ੍ਰਿਤਿੂ ਨਹੀਂ ਹੈ, ਜਿੱਥੇ ਸਦਾ ਵਿਕਾਸ ਦੀ ਅਵਸਥਾ ਹੈ, ਜਿੱਥੇ ਥਿਰਤਾ ਹੈ, ਕੋਈ ਕਨਫਿਊਜ਼ਨ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਤੈ ਥਾਓ। ਉੱਥੇ ਸਟ੍ਰੈਸ ਔਰ ਐਂਜ਼ਾਈਟੀ ਨਹੀਂ ਹੈ, ਦੁੱਖ ਨਹੀਂ ਹੈ, ਨਾ ਤਸਵੀਸ ਖਿਰਾਜ ਨਾ ਮਾਲ। ਨਾ ਸਟ੍ਰੈਸ ਹੈ, ਨਾ ਟੈਕਸ ਹੈ, ਨਾ ਮਾਲ ਦੇ ਉੱਤੇ ਟੈਕਸ ਲੱਗਦਾ ਹੈ। ਖੌਫ ਨਾ ਖਤਾ ਨਾ ਤਰ ਜ਼ਵਾਲ, ਨਾ ਡਰ ਹੈ, ਨਾ ਗਲਤੀ ਹੈ, ਨਾ ਲੌਸ ਹੈ। ਇਹ ਸਭ ਚੀਜ਼ਾਂ ਇਸ ਮਨ ਦੀਆਂ ਹਨ ਜਿੱਥੇ ਮੈਂ ਆਪਣੀ ਹਉਮੈ ਦੇ ਆਧਾਰ 'ਤੇ ਜੀਵਨ ਨੂੰ ਪਕੜਨਾ ਚਾਹੁੰਦਾ ਹਾਂ ਔਰ ਜੀਵਨ ਸਦਾ ਹੀ ਹੱਥੋਂ ਨਿਕਲਦਾ ਜਾਂਦਾ ਹੈ। ਗੁਰੂ ਸਾਹਿਬ ਆਨੰਦ ਦੀ ਬਾਣੀ ਦੀ ਵਿਚਾਰ, ਗੁਰੂ ਸਾਹਿਬ ਦੀ ਆਨੰਦ ਦੀ ਬਾਣੀ ਦੀ ਵਿਚਾਰ ਅਸੀਂ ਕੁਝ ਚਿਰ ਤੋਂ ਕਰ ਰਹੇ ਹਾਂ। ਅੱਜ ਅਸੀਂ 6ਵੀਂ ਪੌੜੀ ਵਿੱਚ ਪਹੁੰਚੇ ਹਾਂ। ਜਾਣੀਏ ਜੀਵਨ ਦਾ ਤੱਤ ਗਿਆਨ ਕੀ ਹੈ। ਗੁਰੂ ਅਮਰਦਾਸ ਮਹਾਰਾਜ ਅੱਜ 6ਵੀਂ ਪੌੜੀ ਵਿੱਚ ਸਾਨੂੰ ਕੀ ਸਮਝਾਉਣਗੇ, ਸਾਨੂੰ ਮਨ ਨੂੰ ਕਾਬੂ ਕਰਨ ਦੀ ਕਿਹੜੀ ਵਿਧੀ ਦੱਸਣਗੇ।
ਕੋਈ ਵੀਰ ਭੈਣ ਇਹ 6ਵਾਂ ਪਦਾ ਪੜ੍ਹ ਦੇਣ, 6ਵੀਂ ਪੌੜੀ ਪੜ੍ਹ ਦੇਣ, ਫਿਰ ਇਹਦੇ ਵਿਚਾਰ ਵਿੱਚ ਉਤਰਦੇ ਹਾਂ ਮਹਾਰਾਜ। ਧੰਨਵਾਦ। ਵਾਹਿਗੁਰੂ ਜੀ। ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰਿਆ, ਤੁਧ ਬਾਜ ਸਮਰਤ ਕੋਏ ਨਾਹੀ, ਕਿਰਪਾ ਕਰ ਬਨਵਾਰਿਆ, ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰਿਆ, ਕਹਿ ਨਾਨਕ ਲਿਵੇ ਪਾਜੋ, ਕਿਆ ਕਰੇ ਵਿਚਾਰਿਆ, ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰਿਆ, ਕਹਿ ਨਾਨਕ ਲਿਵੇ ਪਾਜੋ, ਕਿਆ ਕਰੇ ਵਿਚਾਰਿਆ। ਵਾਹਿਗੁਰੂ ਜੀ। ਵਾਹਿਗੁਰੂ ਜੀ। ਜੀਵਨ ਹੈ ਕੀ ਮਹਾਰਾਜ? ਮੈਂ ਆਪਣਾ ਕਾਰੋਬਾਰ, ਆਪਣਾ ਕਰੀਅਰ, ਆਪਣੇ ਪਰਿਵਾਰ ਨੂੰ ਪਾਲਦਾ ਹਾਂ, ਸੋਸਾਇਟੀ ਨੂੰ ਸੰਭਾਲਦਾ ਹਾਂ, ਅਨੇਕਾਂ ਹੀ ਇਹਦੇ 'ਚ ਗਲਤੀਆਂ ਕਰਦਾ ਹੋਵਾਂਗਾ। ਐਸੇ ਡਰ ਵਿੱਚ ਰਹਿੰਦਾ ਹਾਂ ਕਿ ਇਹ ਸਭ ਕੁਝ ਠੀਕ ਤਰ੍ਹਾਂ ਹੋ ਜਾਏ, ਔਰ ਫਿਰ ਅਗਰ ਹੋ ਜਾਂਦਾ ਹੈ ਤਾਂ ਇਹ ਡਰ ਰਹਿੰਦਾ ਹੈ ਕਿ ਇਹ ਕਿਧਰੇ ਵਿਗੜ ਨਾ ਜਾਏ। ਜੀਵਨ ਦੇ ਤੱਤ ਨੂੰ ਅਸੀਂ ਜਾਣੀਏ, ਸਮਝ ਲਈਏ ਕਿ ਅਸੀਂ ਬਹੁਤ ਅੱਛਾ ਜੀਵਨ ਜੀਆ, ਇਹ ਸਭ ਕੁਝ ਠੀਕ ਹੋ ਗਿਆ, ਮੈਂ ਆਪਣੇ ਪਰਿਵਾਰ ਨੂੰ ਵੀ ਸੰਭਾਲ ਲਿਆ, ਕਾਰੋਬਾਰ ਵੀ ਸੰਭਾਲ ਲਿਆ, ਜਾਂ ਕਰੀਅਰ ਵੀ ਸੰਭਾਲ ਲਿਆ, ਐਜੂਕੇਸ਼ਨ ਵੀ ਕਰ ਲਈ, ਬੱਚਿਆਂ ਨੂੰ ਵੀ ਸਮਰੱਥ ਦੇਖ ਲਿਆ, ਸਭ ਕੁਝ ਹੋ ਗਿਆ ਜੀਵਨ ਵਿੱਚ। ਹੁਣ ਕਾਲ ਆ ਗਿਆ ਮਹਾਰਾਜ, ਹੁਣ ਸਮਾਂ ਆ ਗਿਆ ਕਿ ਜੋ ਕੁਝ ਵੀ ਚੰਗਾ ਮੈਨੂੰ ਲੱਗਦਾ ਪਿਆ ਹੈ, ਜਿਹਦੇ ਵਿੱਚ ਮੈਂ ਮਨ ਵਸਾਇਆ ਹੈ, ਜਿਹਦੇ ਵਿੱਚ ਮੈਂ ਕਰਕੇ ਜੀਵਨ ਨੂੰ ਜਾਣਿਆ ਹੈ ਕਿ ਇਹ ਮੇਰਾ ਹੈ ਸਭ ਕੁਝ, ਹੁਣ ਇਹ ਸਭ ਕੁਝ ਛੱਡਣ ਦਾ ਵੇਲਾ ਆ ਜਾਏਗਾ। ਫਿਰ ਕੀ ਹੋਏਗਾ ਮਹਾਰਾਜ? ਮੈਂ ਸਭ ਕੁਝ ਠੀਕ ਕਰ ਵੀ ਲਿਆ, ਫਿਰ ਵੀ ਹੱਥੋਂ ਨਿਕਲ ਜਾਣਾ ਹੈ, ਔਰ ਉਸ ਨੂੰ ਛੱਡਣ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਮਹਾਰਾਜ? ਕੀ ਵਿਧੀ ਹੈ ਹਜ਼ੂਰ ਕਿ ਮੈਂ ਜਾਣ ਸਕਾਂ ਕਿ ਜਿਵੇਂ ਭਗਤ ਕਬੀਰ ਆਪਣੀ ਉਡਾਰੀ ਵਿੱਚ ਸਾਨੂੰ ਦੱਸਦੇ ਹਨ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਕਮਾਲ ਦੀ ਗੱਲ ਹੋ ਗਈ ਮਹਾਰਾਜ। ਮੈਂ ਤਾਂ ਐਸੇ ਭੈ ਵਿੱਚ ਰਹਿੰਦਾ ਹਾਂ ਕਿ ਜੋ ਕੁਝ ਮੈਂ ਸੰਭਾਲਣਾ ਚਾਹੁੰਦਾ ਹਾਂ ਇਹ ਖਰਾਬ ਨਾ ਹੋ ਜਾਏ, ਪਰ ਇਹ ਜਦੋਂ ਸਭ ਕੁਝ ਲੈ ਲਿਆ ਜਾਏਗਾ ਫਿਰ ਇਹਦਾ ਕੀ ਔਰ ਚੰਗਾ ਔਰ ਕੀ ਮਾੜਾ ਰਹਿ ਜਾਏਗਾ। ਗੁਰੂ ਸਾਹਿਬ ਬਾਣੀ ਵਿੱਚ ਸਮਝਾਉਂਦੇ ਹਨ ਕਿ ਮਾਤਾ ਔਰ ਪਿਤਾ ਸੁਤ ਬਨਤਾ ਜੋ ਜੋ ਮੇਰੇ ਚਾਹਣ ਵਾਲੇ ਹਨ, ਜਿਸ ਦਿਨ ਜੀ ਚੋਂ ਪ੍ਰਾਣ ਨਿਕਲ ਜਾਣਗੇ ਉਹੀ ਜਲਦੀ ਨਾਲ ਇਸ ਨੂੰ ਫੁੱਕਣਗੇ, ਉਹੀ ਇਸ ਨੂੰ ਅੱਗੇ ਜਲਦੀ ਨਾਲ ਸੰਸਕਾਰ ਵਿੱਚ ਲਿਜਾਣਗੇ। ਗੁਰੂ ਦਾ ਕੀ ਗਿਆਨ ਹੈ ਮਹਾਰਾਜ? ਗੁਰੂ ਕੀ ਦੱਸਦਾ ਹੈ ਮੇਰੇ ਬਾਰੇ, ਜਿਹਦੇ ਨਾਲ ਮੇਰਾ ਜੀਵਨ, ਜੋ ਮੈਂ ਅੱਖੋਂ ਦੇਖਦਾ ਹਾਂ, ਜੋ ਮੈਂ ਸੁਣਦਾ ਹਾਂ, ਜੋ ਮੈਂ ਟੱਚ ਕਰਦਾ ਹਾਂ, ਉਸ ਤੋਂ ਪਰੇ ਦੇ ਜੀਵਨ ਬਾਰੇ ਮੈਨੂੰ ਕੁਝ ਗਿਆਨ ਦੱਸਦਾ ਹੈ। ਇੱਕ ਪਿਤਾ ਨੇ ਆਪਣੇ ਬੱਚੇ ਨੂੰ ਗਿਆਨ ਲੈਣ ਵਾਸਤੇ ਭੇਜਿਆ, ਕਿਹਾ ਬੇਟਾ ਪੜ੍ਹ ਕੇ ਆਈ। 5-6 ਸਾਲ ਬਾਅਦ ਬੱਚਾ ਗੁਰੂਕੁਲ ਤੋਂ ਵਾਪਸ ਆਇਆ। ਬੇਟੇ ਨੂੰ ਬਿਠਾ ਕੇ ਪਿਤਾ ਨੇ ਪੁੱਛਿਆ, ਕੀ ਸਿੱਖ ਕੇ ਆਇਆ ਹੈ ਦੱਸ। ਇੱਕ ਵੱਡੀ ਫਹਿਰਿਸਤ ਬੱਚੇ ਕੋਲ ਸੀ। ਉਹਨੇ ਕਹਿਣ ਲੱਗਾ, ਮੈਂ ਗਣਿਤ ਸਿੱਖੀ, ਮੈਂ ਅੰਗਰੇਜ਼ੀ ਸਿੱਖੀ, ਮੈਂ ਹਿੰਦੀ ਸਿੱਖੀ, ਮੈਂ ਉਰਦੂ ਸਿੱਖੀ, ਮੈਂ ਇਹ ਪੜ੍ਹਿਆ, ਮੈਂ ਉਹ ਪੜ੍ਹਿਆ। ਸਾਰੀ ਫਹਿਰਿਸਤ ਸੁਣਨ ਤੋਂ ਬਾਅਦ
ਪਿਤਾ ਥੋੜ੍ਹਾ ਨਿਰਾਸ਼ ਹੋ ਗਿਆ। ਉਸ ਨੂੰ ਦੇਖ ਕੇ ਕਹਿੰਦਾ ਹੈ, ਬੇਟਾ ਤੂੰ ਵਾਪਸ ਜਾ, ਜਿਹਦੇ ਕੋਲ ਮੈਂ ਤੈਨੂੰ ਭੇਜਿਆ ਸੀ ਉਹਦੇ ਕੋਲ ਮੈਂ ਤੈਨੂੰ ਇਹ ਸਿੱਖਣ ਵਾਸਤੇ ਤਾਂ ਭੇਜਿਆ ਹੀ ਸੀ ਕਿ ਜੀਵਨ ਕੀ ਹੈ, ਪਰ ਇਹ ਵੀ ਸਿੱਖਣ ਵਾਸਤੇ ਭੇਜਿਆ ਸੀ ਕਿ ਜੀਵਨ ਤੋਂ ਪਰੇ ਕੀ ਹੈ। ਜੋ ਤੂੰ ਮੈਨੂੰ ਦੱਸ ਨਹੀਂ ਪਾਉਂਦਾ, ਅਗਰ ਉਹ ਗਿਆਨ ਤੈਨੂੰ ਹੁੰਦਾ ਤਾਂ ਮੈਂ ਮੰਨਦਾ ਕਿ ਤੂੰ ਗਿਆਨ ਲੈ ਕੇ ਆਇਆ ਹੈ, ਪਰ ਅੱਜ ਤੂੰ ਸਭ ਕੁਝ ਦੱਸਿਆ ਹੈ, ਇਹ ਤਾਂ ਸਿਰਫ ਕਿਤਾਬੀ ਗਿਆਨ ਹੈ, ਮਨ ਦਾ ਤੈਨੂੰ ਗਿਆਨ ਨਹੀਂ ਹੋਇਆ। ਉਹ ਕਿਹੜੀ ਮਨ ਦੀ ਅਵਸਥਾ ਹੈ ਜਿੱਥੇ ਸਦਾ ਵਿਗਾਸ ਵਸਦਾ ਹੈ। ਜੀਵਨ ਵਿੱਚ ਮੈਂ ਇਹੀ ਕੁਝ ਕਰ ਰਿਹਾ ਹਾਂ। ਜੋ ਮੇਰੀ ਇਨਵਾਇਰਮੈਂਟ ਮੈਨੂੰ ਦੱਸਦਾ ਹੈ, ਜੋ ਮੇਰੀ ਸਰਕਮਸਟੈਂਸਿਸ ਮੈਨੂੰ ਡਿਕਟੇਟ ਕਰਦੀਆਂ ਹਨ, ਉਸ ਅਨੁਸਾਰ ਮੈਂ ਆਪਣੇ ਪੈਰ ਰੱਖਦਾ ਜਾਂਦਾ ਹਾਂ, ਔਰ 99% ਉਹ ਗਲਤ ਪੈਰ ਹੁੰਦੇ ਆ, ਕਿਉਂਕਿ ਉਹਨਾਂ ਵਿੱਚ ਉਹ ਵਿਜ਼ਨ ਨਹੀਂ ਹੈ ਜਿਹੜਾ ਮੈਨੂੰ ਇਹ ਦੱਸ ਸਕੇ ਕਿ ਜੀਵਨ ਪੂਰਨਤਾਈ ਰੂਪ ਵਿੱਚ ਹੈ ਕੀ। ਮਨ ਦੀ ਡੂੰਘਿਆਈ ਵਿੱਚ ਕੀ ਵਸਦਾ ਹੈ, ਜਿਹਦੇ 'ਚ ਭਗਤ ਕਬੀਰ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਉਹ ਇੱਕ ਮਨ ਦੀ ਅਵਸਥਾ ਤਾਂ ਹੈ ਨਾ ਮਹਾਰਾਜ, ਜਿੱਥੇ ਕੋਈ ਪਰੇਸ਼ਾਨੀ ਨਹੀਂ ਹੈ। ਮੈਂ ਤਾਂ ਨਿਤ ਪਰੇਸ਼ਾਨ ਰਹਿੰਦਾ ਹਾਂ, ਔਰ ਜੀਵਨ ਤਾਂ ਪਰੇਸ਼ਾਨੀ ਦਾ ਹੀ ਜੜ ਹੈ। ਅਗਰ ਜੀਵਨ ਵਿੱਚ ਕੁਝ ਕਰਨਾ ਹੈ, ਕੁਝ ਅਚੀਵ ਕਰਨਾ ਹੈ, ਕੁਝ ਵੀ ਹੋਏ, ਰਾਜ ਸਭਾ ਦੀ ਇਲੈਕਸ਼ਨ ਹੋਈਆਂ, ਅਗਰ ਕਿਸੇ ਨੇ ਜਿੱਤਣੀਆਂ ਹਨ ਤਾਂ ਉਸ ਨੂੰ ਆਪਣਾ ਮਨ ਉਲਝਾਉਣਾ ਪਏਗਾ, ਪਰੇਸ਼ਾਨ ਹੋਣਾ ਪਏਗਾ, ਉਹਦੀ ਵਰੀ, ਉਹਦੀ ਚਿੰਤਾ ਕਰਨੀ ਪਏਗੀ, ਨਹੀਂ ਤਾਂ ਉਹ ਮਨ ਨਹੀਂ ਲਗਾ ਪਾਏਗਾ, ਉਹ ਕਰ ਨਹੀਂ ਪਾਏਗਾ ਜੋ ਕੁਝ ਉਹਨੂੰ ਕਰਨਾ ਚਾਹੀਦਾ ਹੈ। ਕੋਈ ਪ੍ਰੋਡਕਟ ਬਣਾਉਣਾ ਹੋਏ, ਡਾਕਟਰ ਨੂੰ ਆਪਰੇਸ਼ਨ ਟੇਬਲ ਤੇ ਆਪਰੇਟ ਕਰਨਾ ਹੋਏ, ਹਰ ਚੀਜ਼ ਵਿੱਚ ਮਨ ਲਗਾਉਣਾ ਪੈਂਦਾ ਹੈ, ਔਰ ਉਹਦੇ ਵਾਸਤੇ ਤਿਆਰੀ ਕਰਨੀ ਪੈਂਦੀ ਹੈ, ਚਿੰਤਾ ਕਰਨੀ ਪੈਂਦੀ ਹੈ, ਧਿਆਨ ਕਰਨਾ ਪੈਂਦਾ ਹੈ। ਗੁਰੂ ਇਸ ਨੂੰ ਲਿਵ ਕਹਿੰਦੇ ਹਨ ਮਹਾਰਾਜ। ਜੁੜਨਾ, ਕਿਸ ਚੀਜ਼ ਨਾਲ ਜੁੜਨਾ ਮਹਾਰਾਜ? ਇਹ ਜੀਵਨ ਕੀ ਹੈ ਤੱਤ ਵਿੱਚ, ਜਿਹਦੇ ਜੁੜਨ ਵਿੱਚ ਸਾਨੂੰ ਜੀਵਨ ਪੂਰੀ ਤਰ੍ਹਾਂ ਸਮਝ ਆ ਸਕਦਾ ਹੈ। ਮੈਂ ਜੋ ਕੁਝ ਪਦਾਰਥ ਨਾਲ ਕਰਦਾ ਹਾਂ, ਅੱਖੋਂ ਦੇਖੀ ਜੋ ਕੁਝ ਕਰਦਾ ਹਾਂ, ਉਹ ਤਾਂ ਸਭ ਕੁਝ ਮਾਇਆ ਹੈ। ਮਾਇਆ ਦਾ ਮਤਲਬ ਕੀ ਹੋਇਆ? ਇਲੂਜਨ ਹੈ ਹਜ਼ੂਰ, ਜੋ ਸਦਾ ਲਈ ਨਹੀਂ ਹੈ, ਕੁਝ ਸਮੇਂ ਦੀ ਖੇਡ ਹੈ। ਇਹ ਪੂਰਾ ਜੀਵਨ ਹੀ ਇੱਕ ਤਰ੍ਹਾਂ ਦਾ ਇਲੂਜਨ ਹੈ। ਮਹਾਰਾਜ ਕਹਿੰਦੇ ਨੇ ਸੁਪਨੇ ਜਿਉ ਸੰਸਾਰ। ਜਿਵੇਂ ਸੁਪਨਾ ਹੈ, ਮੈਂ ਦੇਖ ਲਿਆ, ਮਾੜਾ ਸੁਪਨਾ ਵੀ ਦੇਖ ਸਕਦਾ ਹਾਂ, ਚੰਗਾ ਵੀ ਦੇਖ ਸਕਦਾ ਹਾਂ, ਪਰ ਜਦੋਂ ਅੱਖਾਂ ਖੁੱਲ੍ਹਣਗੀਆਂ ਤਾਂ ਕਿਤਨਾ ਮੈਟਰ ਕਰਦਾ ਹੈ ਕਿ ਸੁਪਨਾ ਕੀ ਸੀ। ਜਦੋਂ ਰਿਐਲਿਟੀ ਸਾਹਮਣੇ ਆਉਂਦੀ ਹੈ ਜੀਵਨ ਦੀ, ਤਾਂ ਜੀਵਨ ਬਾਰੇ ਕੀ ਸਮਝ ਆਉਂਦਾ ਹੈ ਹਜ਼ੂਰ? ਗੁਰੂ ਪੂਰਨ ਹੈ। ਗੁਰੂ ਨੇ ਕਾਲ ਨੂੰ ਫਤਿਹ ਕੀਤਾ ਹੈ। ਗੁਰੂ ਨੇ ਮਨ ਦੇ ਉਸ ਅਵਸਥਾ ਨੂੰ ਜਾਣਿਆ ਹੈ ਜਿੱਥੇ ਕੋਈ ਚੇਂਜ ਨਹੀਂ ਹੈ ਹਜ਼ੂਰ, ਜਿੱਥੇ ਕੁਝ ਵੀ ਬਦਲਦਾ ਨਹੀਂ ਹੈ, ਜਿੱਥੇ ਸਦਾ ਵਿਕਾਸ ਹੈ, ਸਟੇਬਿਲਿਟੀ ਹੈ, ਜਿੱਥੇ ਇੱਕ ਆਨੰਦ ਹੈ, ਜਿਹਦੇ ਵਿੱਚ ਜੀਵਨ ਦੀ ਉਸ ਆਨੰਦ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਹੜਾ ਮੇਰੇ ਤੋਂ ਕੋਈ ਲੈ ਨਹੀਂ ਸਕਦਾ। ਲਿਵ ਲਗਾਣੀ ਹੈ ਤਾਂ ਕਿਧਰ ਲਗਾਣੀ ਹੈ? ਗੁਰੂ ਸਮਝਾ ਰਹੇ ਹਨ, ਸਾਚੀ ਲਿਵੇ ਬਿਨ ਦੇਹ ਨਿਮਾਣੀ। ਇਹ ਦੇਹ ਕਾਹਦੇ ਵਾਸਤੇ ਮਿਲੀ ਹੈ ਮਹਾਰਾਜ? ਇਹ ਜਿਹੜੀ ਦੇਹ ਅਸੀਂ ਸਰੀਰ ਨੂੰ ਵਰਤ ਰਹੇ ਹਾਂ ਜੀਵਨ ਵਾਸਤੇ, ਆਪਣੇ ਪੂਰੇ ਸੰਸਾਰ ਨੂੰ ਚਲਾਉਣ ਵਾਸਤੇ, ਆਪਣੇ ਪੂਰੇ ਪਰਿਵਾਰ ਨੂੰ ਚਲਾਉਣ ਵਾਸਤੇ, ਸੁਸਾਇਟੀ ਵਿੱਚ ਰੋਲ ਪਲੇ ਕਰਨ ਵਾਸਤੇ, ਕੀ ਇਹ ਅਲਟੀਮੇਟ ਰੋਲ ਹੈ? ਕੀ ਇਸ ਸਰੀਰ ਦਾ ਇਹੀ ਅਲਟੀਮੇਟ ਯੂਟੀਲਾਈਜੇਸ਼ਨ ਹੈ, ਜਾਂ ਇਹਦੇ ਵਿੱਚ ਕੁਝ ਐਸਾ ਛਿਪਿਆ ਹੈ ਜਿਹੜਾ ਮੈਨੂੰ ਇਸ ਤੋਂ ਆਜ਼ਾਦ ਕਰ ਦੇਗਾ? ਅਸੀਂ ਪਿੱਛੇ ਵਿਚਾਰਿਆ ਸੀ, ਗੁਰੂ ਕਹਿੰਦੇ ਹਨ
कि सुर नर मुंजन अमृत खोजते। और वो अमृत की है, आनंद है जो सदा ਲਈ है। ਅੱਜ ਦੇ ਵਿਚਾਰਵਾਨ ਕਹਿੰਦੇ ਹਨ ਕਿ ਅਸੀਂ ਸਭ ਲੱਭ ਰਹੇ ਹਾਂ ਖੁਸ਼ੀ, ਔਰ ਸਦਾ ਲਈ ਲੱਭ ਰਹੇ ਹਾਂ। ਕਿ ਉਹ ਖੁਸ਼ੀ ਦੁਨੀਆ ਵਿੱਚ ਵਸਦੀ ਹੈ, ਜਿਹੜੀ ਦੁਨੀਆ ਵਿੱਚ ਮੈਂ ਉਸ ਨੂੰ ਲੱਭ ਰਿਹਾ ਹਾਂ। ਮੈਂ ਕਿਸੇ ਚੀਜ਼ ਤੋਂ ਆਨੰਦਿਤ ਹਾਂ। ਅਗਰ ਉਹ ਵਸਤੂ ਟੁੱਟ ਗਈ, ਖਰਾਬ ਹੋ ਗਈ ਜਾਂ ਮੇਰੇ ਤੋਂ ਲੈ ਲਈ ਗਈ ਤਾਂ ਉਹਦਾ ਜਿਹੜਾ ਸੁੱਖ ਹੈ ਉਹ ਦੁੱਖ ਬਣ ਜਾਏਗਾ ਮਹਾਰਾਜ। ਇਹਦਾ ਮਤਲਬ ਕੀ ਹੈ? ਸੁੱਖ ਔਰ ਦੁੱਖ ਦੋਨੋਂ ਇਕੱਠੇ ਵਸਦੇ ਹਨ ਹਜ਼ੂਰ। ਅਗਰ ਇੱਕ ਪ੍ਰਸ਼ਨ ਮੈਂ ਪੁੱਛਾਂ ਜੀਵਨ ਬਾਰੇ, ਕਿਉਂ ਦੁਖੀ ਹਾਂ ਮਹਾਰਾਜ, ਤਾਂ ਸਾਹਿਬ ਦੱਸਣਗੇ ਸੁੱਖ ਦੀ ਭਾਲ ਕਰਕੇ ਮੈਂ ਦੁਖੀ ਹਾਂ। ਮੈਂ ਸੁੱਖ ਨੂੰ ਢੂੰਡਣ ਨਿਕਲਦਾ ਹਾਂ ਤਾਂ ਦੁਖੀ ਹਾਂ। ਅਗਰ ਮੈਂ ਸੁੱਖ ਨੂੰ ਢੂੰਡਣ ਨਹੀਂ ਨਿਕਲਾਂਗਾ ਤਾਂ ਦੁਖੀ ਨਹੀਂ ਹੋ ਪਾਵਾਂਗਾ, ਤਾਂ ਮੈਂ ਸਹਿਜ ਵਿੱਚ ਚਲਾ ਜਾਵਾਂਗਾ। ਆਨੰਦ ਵਿੱਚ ਹੋਵਾਂ ਕਿ ਨਾ ਹੋਵਾਂ, ਪਰ ਦੁਖੀ ਨਹੀਂ ਹੋਵਾਂਗਾ। ਅਸੀਂ ਕਈ ਲੋਕ ਦੇਖਦੇ ਹਾਂ ਜੋ ਆਰਾਮ ਨਾਲ ਬਿਨਾਂ ਚਿੰਤਾ ਦੇ ਇੱਕ ਰੈਸਟਫੁਲ ਪੀਸ ਆਫ ਮਾਈਂਡ ਵਿੱਚ ਰਹਿੰਦੇ ਹਨ। ਕੋਈ ਬਹੁਤੀ ਕਾਮਨਾ ਨਹੀਂ ਹੈ, ਕੋਈ ਦੌੜ ਨਹੀਂ ਹੈ ਬਹੁਤ ਜ਼ਿਆਦਾ ਜੀਵਨ ਦੀ। ਜੋ ਲੋੜ ਹੈ ਉਹ ਪੂਰੀ ਹੋ ਗਈਆਂ ਹਨ। ਕੋਈ ਭਾਲ ਨਹੀਂ ਕਰ ਰਹੇ ਹਨ ਕਿ ਸਾਨੂੰ ਕੁਝ ਬਹੁਤ ਜ਼ਿਆਦਾ ਮਿਲ ਜਾਏ ਜਿਹਦੇ ਨਾਲ ਸੁੱਖ ਮਿਲੇ। ਸੁੱਖ ਔਰ ਦੁੱਖ ਇਕੱਠੇ ਵਸਦੇ ਹਨ ਹਜ਼ੂਰ। ਸੁੱਖ ਮੰਗੋ, ਦੁੱਖ ਆਗੇ ਆਵੇ। ਐਸਾ ਸੁੱਖ ਨਾ ਮੰਗਿਆ ਪਾਵੇ। ਸ਼ਾਇਦ ਮੈਂ ਲਾਈਨ ਨੂੰ ਥੋੜ੍ਹੀ ਗਲਤ ਕਹਿ ਰਿਹਾ ਹਾਂ, ਪਰ ਉਹਦਾ ਅਰਥ ਇਹੀ ਬਣਦਾ ਹੈ ਕਿ ਸੁੱਖ ਨੂੰ ਮੰਗਦੇ ਹਾਂ ਤਾਂ ਦੁੱਖ ਅੱਗੇ ਆਉਂਦਾ ਹੈ। ਅਸੀਂ ਐਸੇ ਸੁੱਖ ਨੂੰ ਭਾਲ ਰਹੇ ਹਾਂ ਜਿਹੜਾ ਦੁੱਖ ਦੇਵੇਗਾ ਮੈਨੂੰ। ਪਰ ਗੁਰੂ ਇੱਕ ਆਨੰਦ ਦੀ ਗੱਲ ਕਰਦੇ ਹਨ, ਇੱਕ ਐਸੇ ਆਨੰਦ ਦੀ ਗੱਲ ਕਰਦੇ ਹਨ ਜਿਹੜਾ ਮੇਰੇ ਤੋਂ ਕੋਈ ਲੈ ਨਹੀਂ ਸਕੇਗਾ। ਜਿਹੜੀ ਵਸਤੂ ਮੇਰੇ ਤੋਂ ਕੋਈ ਵੀ ਲੈ ਲਏਗਾ ਸਮੇਂ ਵਿੱਚ, ਸਥਾਨ ਵਿੱਚ, ਕਿਸੇ ਕਾਰਨ ਕਰਕੇ, ਤਾਂ ਉਹ ਵਸਤੂ ਮੇਰੇ ਕੋਲ ਹੈ ਹੀ ਨਹੀਂ। ਔਰ ਅਗਰ ਮੇਰੇ ਆਨੰਦ ਦਾ ਕਾਰਨ ਐਸੀ ਇੱਕ ਵਸਤੂ ਜਾਂ ਇੱਕ ਰਿਲੇਸ਼ਨਸ਼ਿਪ ਜਾਂ ਇੱਕ ਸਟੇਟਸ ਹੈ ਤਾਂ ਮਹਾਰਾਜ ਫਿਰ ਉਹ ਹੈ ਹੀ ਨਹੀਂ ਮੇਰੇ ਕੋਲ। ਸਮੇਂ ਵਿੱਚ ਤਾਂ ਲੈ ਲਈ ਜਾਏਗੀ। ਔਰ ਸਮਾਂ ਕੀ ਹੈ? ਛਿਨ ਛਿਨ ਸਮਾਂ ਨਿਕਲਦਾ ਹੈ ਮਹਾਰਾਜ। ਕੁਝ ਸਮੇਂ ਦੀ ਖੇਡ ਹੈ ਬਸ, ਜ਼ਿਆਦਾ ਹੈ ਜਾਂ ਘੱਟ ਹੈ, ਸਦਾ ਲਈ ਨਹੀਂ ਹੈ। ਔਰ ਉਹ ਗੈਰੰਟੀਡ ਹੈ ਕਿ ਆਪਣੇ ਸਮੇਂ ਜਾਂ ਸਥਾਨ ਜਾਂ ਕਾਰਨ ਕਰਕੇ ਉਹ ਆਨੰਦ ਦੀ ਅਵਸਥਾ ਜਿਹੜੀ ਬਣੀ ਹੈ ਕਿਸੇ ਕਾਰਨ ਕਰਕੇ, ਉਹ ਮੇਰੇ ਤੋਂ ਲੈ ਲਈ ਜਾਏਗੀ। ਗੁਰੂ ਬੜੀ ਨਿਰਾਲੀ ਵਪਾਰ ਕਰਦੇ ਹਨ। ਗੁਰੂ ਮਹਾਰਾਜ ਵਪਾਰ ਸੱਚ ਦਾ ਕਰਦੇ ਹਨ। ਸਾਚ ਵੱਖਰ ਕੇ ਹਮ ਵਣਜਾਰੇ। ਗੁਰੂ ਨਾਨਕ ਸਾਹਿਬ ਸਿੱਧ ਗੋਸ਼ਟ ਵਿੱਚ ਸਮਝਾ ਰਹੇ ਹਨ ਸਾਨੂੰ। ਇੱਕ ਵਣਜ ਹੈ ਜੀਵਨ, ਔਰ ਉਹ ਸੱਚ ਦਾ ਜੀਵਨ ਹੈ। ਗੁਰੂ ਸਾਹਿਬ ਜਗ੍ਹਾ ਜਗ੍ਹਾ ਵਿਚਰ ਰਹੇ ਹਨ। ਉਹਨਾਂ ਕੋਲ ਕੀ ਹੈ? ਅਸੀਂ ਤਾਂ ਪੂਰਾ ਲਸ਼ਕਰ ਰਹਿ ਕੇ ਘੁੰਮਦੇ ਹਾਂ। ਗੱਡੀਆਂ ਹਨ, ਨੌਕਰ ਚਾਕਰ ਹਨ, ਡਿਗਰੀਆਂ ਹਨ, ਕੋਰਸਿਸ ਕਰਦੇ ਹਾਂ, ਫਿਰ ਉਸ ਦੇ ਬਾਅਦ ਜਾ ਕੇ ਲੋਕਾਂ ਵਿੱਚ ਵਿਚਰਦੇ ਹਾਂ। ਗੁਰੂ ਕੀ ਲੈ ਕੇ ਵਿਚਰਦਾ ਹੈ? ਇੱਕ ਰਬਾਬ, ਇੱਕ ਰਬਾਬੀ, ਇੱਕ ਮਸਤਾਨੀ ਅਵਸਥਾ। ਉਸ ਤੋਂ ਬਹੁਤ ਜ਼ਿਆਦਾ ਜੋ ਗੁਰੂ ਕੋਲ ਹੈ ਉਹ ਅਲਟੀਮੇਟ ਰਿਐਲਿਟੀ ਹੈ ਲਾਈਫ ਦੀ ਮਹਾਰਾਜ। ਅਸੀਂ ਜਾਣ ਨਹੀਂ ਪਾਉਂਦੇ, ਅਸੀਂ ਦੇਖ ਨਹੀਂ ਪਾਉਂਦੇ, ਅਸੀਂ ਸਮਝ ਨਹੀਂ ਪਾਉਂਦੇ। ਜੋ ਗੁਰੂ ਕੋਲ ਹੈ ਉਹ ਐਸਾ ਖਜ਼ਾਨਾ ਹੈ ਜਿਹੜਾ ਸਦਾ ਲਈ ਹੈ ਹਜ਼ੂਰ। ਔਰ ਮਹਾਰਾਜ ਨੇ ਸਮਝਾਇਆ ਵੀ ਹੈ ਕਿ ਇਹ ਜਿਹੜਾ ਮਨ ਦੇ ਵਿੱਚ ਖਜ਼ਾਨਾ ਘੜਿਆ ਜਾਂਦਾ ਹੈ, ਇਹੀ ਸਿੱਖ ਦੀ ਵੈਲਥ ਹੈ। ਘੜੀਏ ਸ਼ਬਦ ਸੱਚੀ ਟਕਸਾਲ। ਟਕਸਾਲ ਮਿੰਟ ਹੁੰਦੀ ਹੈ ਜਿਹਦੇ ਵਿੱਚ ਵੈਲਥ ਬਣਦੀ ਹੈ, ਨੋਟ ਛਾਪੇ ਜਾਂਦੇ ਹੈ, ਜਿਹਦੇ ਵਿੱਚ ਕੋਇਨਸ ਘੜੇ ਜਾਂਦੇ ਹੈ। ਕਿਹੜੀ ਵੈਲਥ ਹੈ ਜੀਵਨ ਦੀ? ਜਿਹੜੀ ਅਸਲ ਵੈਲਥ ਹੈ, ਕੰਪਲੀਟ ਵੈਲਥ ਹੈ ਜੀਵਨ ਦੀ ਮਹਾਰਾਜ। ਕੋਈ ਐਸੀ ਵੈਲਥ ਹੈ ਜੋ ਇੱਕ ਵਾਰ ਮੈਨੂੰ ਮਿਲ ਜਾਏ ਤਾਂ ਮੇਰੇ ਤੋਂ ਕੋਈ ਲੈ ਨਹੀਂ ਪਾਏਗਾ, ਜੋ ਸਦਾ ਫਿਰ ਮੇਰੇ ਨਾਲ ਰਹੇਗੀ। ਉਹਦੇ ਵਿੱਚ ਕੋਈ ਗਲਤੀ ਨਹੀਂ ਹੋਏਗੀ। ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੋਹੇ ਖੂਬ ਵਤਨ ਗਿਆ ਪਾਈ।
ਉਹਾ ਖੈਰ ਸਦਾ ਮੇਰੇ ਭਾਈ। ਸਦਾ ਦੀ ਗੱਲ ਅਗਰ ਨਹੀਂ ਹੈ ਤਾਂ ਉਹ ਗੁਰਮਤ ਵਿੱਚ ਨਹੀਂ ਹੈ ਮਹਾਰਾਜ। ਇਹ ਤੇ ਸੱਚ ਦਾ ਵਪਾਰ ਹੈ ਹਜੂਰ। ਜੋ ਸਦਾ ਲਈ ਹੈ ਉਹੀ ਸੱਚ ਹੈ, ਜੋ ਥਿਰ ਹੈ ਉਹੀ ਸੱਚ ਹੈ, ਜੋ ਆਧਾਰ ਹੈ, ਫਾਊਂਡੇਸ਼ਨ ਹੈ ਕ੍ਰੀਏਸ਼ਨ ਦੀ, ਉਹੀ ਸੱਚ ਹੈ। ਉਹਦਾ ਵਪਾਰ ਗੁਰੂ ਕਰਦਾ ਹੈ ਮਹਾਰਾਜ। ਗੁਰੂ ਨੂੰ ਸਿੱਧ ਪੁੱਛਦੇ ਹਨ, ਤੁਸੀਂ ਕਿਉਂ ਨਿਕਲ ਗਏ ਹੋ? ਕਿਸ ਕਾਰਨ ਪਏ ਉਦਾਸੀ? ਕਾਹਦੇ ਵਾਸਤੇ ਤੁਸੀਂ ਪਰਿਵਾਰ ਛੱਡ ਕੇ ਨਿਕਲ ਗਏ? ਝੋਗੇ ਪਾ ਕੇ ਨਿਕਲ ਰਹੇ ਹੋ, ਜਗ੍ਹਾ ਜਗ੍ਹਾ ਘੁੰਮ ਰਹੇ ਹੋ। ਕਿਉਂ ਘੁੰਮ ਰਹੇ ਹੋ? ਕਹਿ ਕਾਰਨ ਪੈ ਤਜ ਉਦਾਸੀ। ਗੁਰੂ ਕਹਿੰਦਾ ਹੈ, ਗੁਰਮੁਖ ਖੋਜਤ ਪਏ ਉਦਾਸੀ। ਮੈਂ ਤਾਂ ਸੱਚ ਦੇ ਵਪਾਰ ਕਰਦਾ ਹਾਂ ਔਰ ਉਸ ਨੂੰ ਲੱਭ ਰਿਹਾ ਹਾਂ ਜੋ ਸੱਚ ਲੱਭਦਾ ਹੈ। ਕੀ ਅਸੀਂ ਸੱਚ ਲੱਭ ਰਹੇ ਹਾਂ? ਪ੍ਰਸ਼ਨ ਇਹ ਹੈ ਜੀਵਨ ਦਾ, ਕਿ ਮੈਂ ਸੱਚ ਲੱਭ ਰਿਹਾ ਹਾਂ ਜੀਵਨ ਵਿੱਚ? ਕਿ ਮੈਂ ਕਹਾਂਗਾ ਕਾਲ ਰਹਿਤ ਜੀਵਨ ਮੈਨੂੰ ਮਿਲੇ? ਕਿ ਮੈਂ ਮੰਗਦਾ ਹਾਂ ਇਹ ਕਿ ਇਹ ਮੇਰੇ ਜੀਵਨ ਦੀ ਬੁਨਿਆਦੀ ਸ਼ਕਤੀ ਦੀ ਫੋਰਸ ਇਹਦੇ 'ਚ ਲੱਗੀ ਹੈ ਕਿ ਨਹੀਂ? ਪ੍ਰਸ਼ਨ ਇਹ ਹੈ ਮਹਾਰਾਜ। ਬਾਕੀ ਸਭ ਕਿੰਨਾ ਕੁ ਮੈਟਰ ਕਰਦਾ ਹੈ, ਕਿਤਨਾ ਨਹੀਂ, ਉਹ ਹੋ ਸਕਦਾ ਡਿਬੇਟ ਦੀ ਗੱਲ ਹੋਏ, ਹੋ ਸਕਦਾ ਵਿਚਾਰ ਦੀ ਗੱਲ ਹੋਏ, ਪਰ ਮੇਰੇ ਜੀਵਨ ਦਾ ਜਦੋਂ ਤੱਤ ਆਨੰਦ ਐਂਡ ਹੋਏਗਾ, ਅੰਤ ਹੋਏਗਾ, ਤਾਂ ਡਿਗਰੀ ਵਿੱਚ ਕੀ ਲਿਖਿਆ ਜਾਏਗਾ? ਕਿ ਇਹ ਨਾਮ ਦਾ ਆਧਾਰਿਤ ਜੀਵਨ ਹੈ ਕਿ ਇਹ ਮਾਇਆ ਦਾ ਆਧਾਰਿਤ ਜੀਵਨ ਹੈ? ਸਾਰਾ ਭੇਦ ਇੱਥੇ ਖਤਮ ਹੁੰਦਾ ਹੈ। ਮੈਂ ਬੜੇ ਲੈਕਚਰ ਦੇ ਸਕਦਾ ਹਾਂ, ਮੈਂ ਬਹੁਤ ਗਿਆਨੀ ਹੋ ਸਕਦਾ ਹਾਂ, ਮੈਂ ਬਹੁਤ ਹੀ ਅਮੀਰ ਹੋ ਸਕਦਾ ਹਾਂ। ਗੁਰੂ ਨੇ ਤਾਂ ਜਪਜੀ ਸਾਹਿਬ ਵਿੱਚ ਦੱਸਿਆ ਵੀ ਹੈ, ਨੌਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਮਹਾ ਉਦਾਸ ਤਪੀਸਰ ਧੀਵੇ। ਗੁਰੂ ਕਹਿੰਦਾ ਹੈ ਕਿ ਬਹੁਤ ਹੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ। ਇਹ ਸਾਰਾ ਜੀਵਨ ਨਦਰ ਦੇ ਬਿਨਾਂ ਹੈ ਤਾਂ ਕਾਸੇ ਦਾ ਮੁੱਲ ਨਹੀਂ ਹੈ ਇਹਦਾ। ਇਹ ਗੁਰੂ ਦਾ ਪਰਸਪੈਕਟਿਵ ਹੈ ਲਾਈਫ ਬਾਰੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਇਹ ਤੇ ਗੱਲ ਸਾਰੀ ਨਦਰ ਦੀ ਹੈ ਮਹਾਰਾਜ। ਕਿਸ ਦੇ ਜੀਵਨ ਵਿੱਚ ਨਦਰ ਹੈ? ਕਿਸ ਨੇ ਕਰਨ ਦੀ ਥਿਉਰੀ ਨੂੰ ਕੱਟ ਕੇ ਨਦਰ ਦੀ ਸਾਈਕਲ ਵਿੱਚ ਪੈਰ ਰੱਖ ਲਿਆ ਹੈ? ਕਿਸ ਨੇ ਗੁਰੂ ਨਾਲ ਮਿਲਨ ਕਰ ਲਿਆ ਹੈ ਸਾਹਿਬ? ਕਿਹਦੇ ਜੀਵਨ ਵਿੱਚ ਗੁਰੂ ਉਤਰ ਆਇਆ ਹੈ? ਕਿਹਦੇ ਜੀਵਨ ਵਿੱਚ ਸ਼ਬਦ ਵਿਆਪਕ ਹੈ ਮਹਾਰਾਜ? ਸਾਰੀ ਗੱਲ ਤਾਂ ਇੱਥੇ ਹੈ ਹਜੂਰ। ਮੈਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ। ਆਤਮ ਉਪਦੇਸ਼ ਗੁਰੂ ਕਹਿੰਦਾ ਹੈ। ਗੁਰੂ ਨੇ ਸਾਨੂੰ ਬਹੁਤ ਸਮਝਾਇਆ ਹੈ ਜੀਵਨ ਬਾਰੇ, ਅੱਜ ਸਮਝਾ ਰਹੇ ਹਨ। ਸਾਚੀ ਦੇ ਸਾਚੀ ਲਿਵੇ ਬਿਨ ਦੇਹ ਨਿਮਾਣੀ। ਇਹ ਸੱਚ ਨਾਲ ਜੁੜੇ ਬਿਨਾਂ ਇਹ ਦੇਹ ਦਾ ਕੋਈ ਮੁੱਲ ਨਹੀਂ ਹੈ। ਇਹਦਾ ਦੇਹ ਦਾ ਇੱਕ ਰੋਲ ਹੈ, ਇਹਦਾ ਇੱਕ ਫੋਕਸ ਸੈਂਟਰ ਹੈ, ਇਹਦਾ ਇੱਕ ਆਨੰਦ ਦਾ ਰੂਪ ਹੈ, ਇਹਦਾ ਇੱਕ ਸਕਸੈਸ ਸਟੋਰੀ ਹੈ, ਇਹਦੀ ਇੱਕ ਜਿੱਤ ਹੈ, ਇਹਦੇ 'ਚ ਇੱਕ ਸ਼ਿਖਰ ਹੈ, ਇਹਦੇ 'ਚ ਇੱਕ ਵਿਸਮਾਦ ਹੈ, ਇਹਦੇ 'ਚ ਇੱਕ ਆਨੰਦ ਹੈ, ਜਿਹਨੂੰ ਖੋਲ੍ਹਣ ਲਈ ਇਹ ਦੇਹ ਸਾਨੂੰ ਮਿਲੀ ਹੈ। ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇੱਥੇ ਮਿਲਣ ਦੀ ਘੜੀ ਹੈ ਮਹਾਰਾਜ। ਕਿਸ ਨੂੰ ਮਿਲਣਾ ਹੈ ਮਹਾਰਾਜ? ਉਹ ਡਿਪੈਂਡ ਮੇਰੇ ਤੇ ਕਰਦਾ ਹੈ ਮੈਂ ਕਿਸ ਤਰਫ ਮੂੰਹ ਕਰਕੇ ਜੀਵਨ ਜੀ ਰਿਹਾ ਹਾਂ। ਅਗਰ ਮੈਂ ਗੁਰੂ ਨੂੰ ਲੱਭਦਾ ਹਾਂ ਤਾਂ ਗੁਰੂ ਮੈਨੂੰ ਉਡੀਕ ਰਿਹਾ ਹੈ। ਗੁਰਮੁਖ ਖੋਜਤ ਪਏ ਉਦਾਸੀ। ਗੁਰੂ ਸੱਚ ਦਾ ਵਪਾਰੀ ਹੈ। ਮੈਂ ਬਾਣੀ ਸੁਣਦਾ ਹਾਂ, ਬਾਣੀ ਵਿਚਾਰਦਾ ਹਾਂ, ਪਰ ਅਗਰ ਮੈਂ ਸੱਚ ਦਾ ਵਪਾਰੀ ਨਹੀਂ ਹਾਂ ਤਾਂ ਫਿਰ ਮੈਂ ਕੀ ਲੱਭ ਰਿਹਾ ਹਾਂ? ਮੈਂ ਆਪਣੇ ਈਗੋ ਨੂੰ ਹੀ ਰੀਇਨਫੋਰਸ ਕਰਾਂਗਾ। ਹੋਰ ਕੀ ਕਰਾਂਗਾ ਮਹਾਰਾਜ ਜੀਵਨ ਬਾਰੇ? ਜੀਵਨ ਕੀ ਹੈ ਇਹ ਤਾਂ ਦੇਖੀਏ। ਓਪਰਚੁਨਿਟੀ ਹੈ ਮਹਾਰਾਜ। ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਪ੍ਰਾਪਤ ਹੋਈ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇੱਕ ਚਾਂਸ ਮਿਲਿਆ ਹੈ ਗੋਬਿੰਦ ਨੂੰ ਮਿਲਣ ਦਾ, ਔਰ ਉਹ ਹੱਥੋਂ ਨਿਕਲ ਗਿਆ ਤਾਂ ਫਿਰ ਸਭ ਕੁਝ ਮੱਟੀ ਹੀ ਰਹਿ ਗਿਆ। ਫਿਰ ਉਹ ਚੇਂਜ ਦੇ ਵਿੱਚ ਹੀ ਮੈਂ ਚੱਲਦਾ ਜਾਵਾਂਗਾ ਹਜੂਰ। ਔਰ ਗੁਰੂ ਦਾ ਲੜ ਫੜ ਲਿਆ
ਤਾਂ ਸ਼ਾਇਦ ਪੋਸੀਬਿਲਿਟੀਜ਼ ਖੁੱਲ੍ਹਦੀਆਂ ਹਨ ਜੀਵਨ ਦੀਆਂ। ਫਿਰ ਗੁਰੂ ਅਮਰਦਾਸ ਤਾਂ ਸਮਝਾ ਰਹੇ ਹਨ ਕਿ ਇੱਕ ਵਾਰ ਗੁਰੂ ਨਾਲ ਮਿਲਣ ਹੋ ਗਿਆ ਤਾਂ ਆਨੰਦ ਦੇ ਦਰਵਾਜ਼ੇ ਖੁੱਲ੍ਹ ਜਾਣਗੇ, ਕਾਲ ਚਲਾ ਜਾਏਗਾ, ਸਹਿਜ ਅਵਸਥਾ ਮਨ ਵਿੱਚ ਆ ਜਾਏਗੀ। ਪਰ ਉਹ ਸਭ ਕਰਨ ਲਈ ਮੈਨੂੰ ਕੀ ਕਰਨਾ ਹੈ ਮਹਾਰਾਜ? ਗੁਰੂ ਨਾਲ ਮਿਲਣ ਕਿਵੇਂ ਹੋਏਗਾ? ਸਾਚੀ ਲਿਵੇ ਬਿਨ ਦੇਹ ਨਿਮਾਣੀ, ਸੱਚ ਨਾਲ ਲਿਵ ਲਗਾਣੀ ਹੈ ਮਹਾਰਾਜ। ਤੇ ਮੇਰੀ ਲਿਵ ਕਿੱਧਰ ਲੱਗੀ ਹੈ ਪਾਤਸ਼ਾਹ? ਝੂਠ ਦਾ ਵਪਾਰ ਕਰਦਾ ਹਾਂ, ਝੂਠ ਨਾਲ ਲੱਗੀ ਹੈ। ਸਾਰਾ ਦਿਨ ਜਿਨ੍ਹਾਂ ਚੀਜ਼ਾਂ ਵਿੱਚ ਖੱਜਲ ਹੁੰਦਾ ਹਾਂ, ਉੱਥੇ ਹੀ ਲੱਗੀ ਹੈ ਨਾ ਮਹਾਰਾਜ। ਸੱਚ ਦੇ ਵਪਾਰ ਦਾ ਸਮਾਂ ਕਦੋਂ ਮਿਲੇਗਾ? ਕਾਲ ਕਦੇ ਵੀ ਆ ਸਕਦਾ ਹੈ। ਗੁਰੂ ਨੇ ਸ਼ਬਦ ਦੀ ਗੱਲ ਆਨੰਦ ਸਾਹਿਬ ਵਿੱਚ ਬਾਰ-ਬਾਰ ਸਮਝਾਈ ਹੈ, ਮਨ ਦੀ ਗੱਲ ਕੀਤੀ ਹੈ। ਅੱਜ ਵੀ ਮਨ ਦੀ ਹੀ ਗੱਲ ਕਰ ਰਹੇ ਹਨ। ਮਨ ਦੀ ਇਕਾਗਰ ਅਵਸਥਾ ਲਿਵ ਹੈ ਮਹਾਰਾਜ, ਔਰ ਸੱਚ ਨਾਲ ਲਿਵ ਲੱਗ ਜਾਏ ਤਾਂ ਇਹ ਦੇਹ ਦੀ ਸਕਸੈਸ ਸਟੋਰੀ ਸ਼ੁਰੂ ਹੁੰਦੀ ਹੈ, ਇਹਦਾ ਸਿਖਰ ਮਿਲਦਾ ਹੈ, ਇਹਦੀ ਸੈਲੀਬ੍ਰੇਸ਼ਨ ਖੁੱਲ੍ਹਦੀ ਹੈ ਮਹਾਰਾਜ। ਪ੍ਰੇਮ ਹੋ ਜਾਂਦਾ ਹੈ ਹਜ਼ੂਰ, ਉਹ ਪ੍ਰੇਮ ਜੋ ਸਾਡੇ ਤੋਂ ਕੋਈ ਲੈ ਨਹੀਂ ਸਕਦਾ। ਫਿਰ ਦੇਹ ਵੀ ਚਲੀ ਜਾਏਗੀ ਤਾਂ ਵੀ ਨਹੀਂ ਲੈ ਸਕਦਾ, ਕੱਟ ਕੇ ਬੰਦ ਕੱਟਿਆ ਜਾਏਗਾ ਤਾਂ ਵੀ ਨਹੀਂ ਲੈ ਸਕਦਾ। ਮਨਸੂਰ ਤਾਂ ਇਹੀ ਕਹਿ ਰਿਹਾ ਸੀ, ਹੱਸ ਰਿਹਾ ਹੈ ਜਦੋਂ ਉਹਨੂੰ ਕੱਟ ਰਹੇ ਹਨ। ਕਹਿੰਦੇ ਕਿਉਂ ਹੱਸਦਾ ਹੈ ਯਾਰ, ਕੀ ਗੱਲ ਹੋਈ? ਮਨਸੂਰ ਕਹਿੰਦਾ ਜਿਹਨੂੰ ਇਹ ਕੱਟ ਰਹੇ ਹਨ ਉਹ ਤਾਂ ਕੱਟਿਆ ਹੀ ਨਹੀਂ ਜਾ ਰਿਹਾ। ਸਦਾ ਵਿਗਾਸ ਵਿੱਚ ਜੋ ਵਸਦਾ ਹੈ ਉਹਦਾ ਕੀ ਵਿਗਾੜ ਲਓਗੇ? ਗੁਰੂ ਨੇ ਜ਼ਫਰਨਾਮਾ ਵਿੱਚ ਇਹੀ ਸਮਝਾਇਆ ਹੈ, ਤੁਰਾਗਰ ਨਜ਼ਰਸ਼ ਲਸ਼ਕਰ ਵਜ਼ਰ के मारा निगास यजदा शुक्र के ओरा गरूरस बरमुल्क को माल वो मारा निगास व मारा पनास यजदा अकाल। तेरी निगाह तो लश्कर ते है, मेरी निगाह निरंकार ते है। ਇਹ ਭੇਦ ਹੈ ਜੀਵਨ ਦਾ ਮਹਾਰਾਜ। ਅਸੀਂ ਗੁਰੂ ਨੂੰ ਲੱਭਦੇ ਹਾਂ, ਗੁਰੂ ਨੂੰ ਲੱਭਣ ਵਾਸਤੇ ਮਨ ਤਿਆਗਣਾ ਪਏਗਾ। ਮਨ ਕਿਵੇਂ ਤਿਆਗਾਂਗੇ ਹਜ਼ੂਰ? ਇਹ ਵਿਚਾਰਾਂ ਨੂੰ ਪਹਿਲੇ ਸ਼ਬਦ ਨਾਲ ਰਿਪਲੇਸ ਕਰਨਾ ਹੈ। ਬਿਗਨਿੰਗ ਆਫ ਚੇਂਜ ਆਫ ਮਾਈਂਡ। ਥਾਟ ਨੂੰ ਪਹਿਲੇ ਥਾਟ ਨਾਲ ਰਿਪਲੇਸ ਕਰੀਏ, ਫਿਰ ਥਾਟ ਨੂੰ ਇਕਾਗਰ ਕਰੀਏ। ਥਾਟਲੈਸ ਅਵਸਥਾ ਨੂੰ ਲੱਭੀਏ ਕਿਧਰ ਹੈ। ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਇਹ ਲਿਵ ਹੈ ਮਹਾਰਾਜ। ਕਿਹਦੇ ਨਾਲ ਲਗਾਣੀ ਹੈ? ਸ਼ਬਦ ਨਾਲ ਲਗਾਣੀ ਹੈ ਮਹਾਰਾਜ। ਸਾਚੀ ਲਿਵੇ, ਇਹੀ ਤਾਂ ਗੱਲ ਹੈ ਸਾਰੀ। ਗੁਰੂ ਨਾਲ ਇੱਕ ਵਾਰ ਜੁੜ ਗਿਆ, ਸਦਾ ਲਈ ਜੁੜ ਗਿਆ। ਗੁਰੂ ਬਹਾਨੀ ਛੋੜਦਾ ਹੈ, ਮੋਹ ਲਾਲਨ ਸਿਓ ਪ੍ਰੀਤ ਬਣੀ, ਤੋੜੀ ਨਾ ਟੂਟੇ ਛੋੜੀ ਨਾ ਛੂਟੇ, ਐਸੀ ਮਾਦੋਂ ਖੀਂਚਦਾ ਨਹੀਂ। ਉਹ ਤਾਂ ਕਹਿੰਦੇ ਹਨ ਜਦੋਂ ਤੋੜਾਂਗੇ ਤਾਂ ਵੀ ਨਹੀਂ ਟੁੱਟੇਗੀ, ਛੋੜਾਂਗਾ ਤਾਂ ਵੀ ਨਹੀਂ ਛੁੱਟੇਗੀ। ਇਹ ਤਾਂ ਬਣ ਗਈ ਗੱਲ। ਹੁਣ ਤਾਂ ਮੈਂ ਕਿਵੇਂ ਬਣਾਉਣੀ ਹੈ ਮਹਾਰਾਜ? ਸ਼ਬਦ ਨਾਲ ਪ੍ਰੇਮ ਬਣਾਉਣਾ ਹੈ, ਸੱਚ ਨਾਲ ਲਿਵ ਲਗਾਣੀ ਹੈ। ਔਰ ਸੱਚ ਨਾਲ ਲਿਵ ਨਹੀਂ ਲੱਗਦੀ ਤਾਂ ਕੀ ਹੋਏਗਾ ਮਹਾਰਾਜ? ਫਿਰ ਇਹ ਦੇਹ ਨਿਵਾਣੀ, ਫਿਰ ਇਸ ਦੇਹ ਦਾ ਕੋਈ ਮੁੱਲ ਨਹੀਂ ਹੈ। ਇਹ ਦੇਹ ਮਿਸਯੂਜ਼ ਹੋ ਗਈ। ਅਸੀਂ ਇੱਕ ਕੋਰਸ ਕਰਨ ਗਏ ਕਾਲਜ ਵਿੱਚ, ਕੁਝ ਸਿੱਖਿਆ ਨਹੀਂ, ਕੁਝ ਜਾਣਿਆ ਨਹੀਂ, ਤੱਤ ਵਿੱਚ ਲਿਖਿਆ ਨਹੀਂ, ਫੇਲ ਹੋ ਗਏ। ਕੁਝ ਪ੍ਰੋਜੈਕਟ ਕੀਤਾ, ਜੋ ਬਣਾਉਣਾ ਸੀ ਉਹ ਬਣਾਇਆ ਨਹੀਂ, ਫੇਲ ਹੋ ਗਏ। ਸ਼ੋਰ ਮਚਾਇਆ, ਖੱਪ ਕੀਤੇ, ਦੁਨੀਆ ਵਿੱਚ ਦਿਖਿਆ ਭਾਵੇਂ ਕਿ ਕੁਝ ਹੋਇਆ ਹੈ, ਪਰ ਮਨ ਦੀ ਅਵਸਥਾ ਕੀ ਹੈ ਜਦੋਂ ਸਰੀਰ ਛੱਡਣ ਜਾ ਰਹੇ ਹਾਂ ਮਹਾਰਾਜ? ਮਨ ਦੀ ਅਵਸਥਾ ਕੀ ਹੈ? ਮਨ ਕਿੱਥੇ ਹੈ? ਗੱਲ ਇਹ ਹੈ ਮਹਾਰਾਜ। ਦੁਨੀਆ ਭਾਵੇਂ ਜੋ ਮਰਜ਼ੀ ਕਹੇ, ਮੈਨੂੰ ਉਸ ਮਨ ਨਾਲ ਜੀਣਾ ਹੈ ਜਿਹਨੂੰ ਲੈ ਕੇ ਮੈਂ ਸਰੀਰ ਛੱਡ ਕੇ ਜਾਵਾਂਗਾ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਗੁਰੂ ਨਾਨਕ ਸਾਹਿਬ ਕਹਿੰਦੇ ਹਉਮੈ ਮੇਟ ਤਾਂ ਸਮਾ ਜਾਏਗਾ। ਫਿਰ ਹਉਮੈ ਨੂੰ ਕਿਵੇਂ ਮੇਟਾਂਗਾ? ਸੱਚ ਨਾਲ ਲਿਵ ਕਿਵੇਂ ਲਗਾਵਾਂਗਾ? ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਸਮਾਂ ਹੈ ਇਕੱਲੇ ਗਾਈਏ ਨਾ ਵੀ ਗਾਈਏ, ਜਾਪ ਵਿੱਚ ਬੈਠੀਏ, ਹੋਰਾਂ ਨਾਲ ਬੈਠੀਏ, ਸੰਗਤ ਵਿੱਚ ਬੈਠੀਏ। ਕਿਵੇਂ ਕਰੀਏ?
ਇਹ ਰਸਤਾ ਲੱਭੀਏ, ਇਹ ਲੱਭੀਏ ਰਸਤਾ ਜਿਹਦੇ ਨਾਲ ਮਨ ਬਦਲੀ ਹੁੰਦਾ ਹੈ, ਮਨ ਇੱਕ ਇਕੋਨੋਮਿਟੀ ਵਿੱਚ ਚਲਾ ਜਾਂਦਾ ਹੈ, ਮਨ ਇੱਕ ਪੀਸ ਵਿੱਚ ਚਲਾ ਜਾਂਦਾ ਹੈ, ਇੱਕ ਨਾਮ ਦੀ ਅਵਸਥਾ ਖੁੱਲ ਜਾਂਦੀ ਹੈ ਮਨ ਵਿੱਚ। ਫਿਰ ਕੀ ਹੋਏਗਾ ਮਹਾਰਾਜ? ਸੱਚ ਨਾਲ ਲਿਵ ਕਿਵੇਂ ਲੱਗੇਗੀ? ਗੁਰੂ ਕੁਝ ਸਮਝਾ ਰਹੇ ਹਨ ਅੱਜ। ਸਾਚੀ ਲਿਵੇ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਿਵੇ ਬਾਝੋਂ, ਕਿਆ ਕਰੇ ਵਿਚਾਰੀਆ। ਬਿਨਾਂ ਲਿਵ ਲਗਾਏ ਇਸ ਸਰੀਰ ਦਾ ਕਰਨਾ ਵੀ ਕੀ ਹੈ? ਸਮੇਂ ਦੇ ਵਿੱਚ ਹੈ, ਸਮੇਂ ਦੇ ਵਿੱਚ ਖੱਪ ਜਾਏਗਾ। ਕਿਹੜੇ ਰਿਸ਼ਤੇਦਾਰ ਹਨ, ਕਿਤਨੇ ਜਨਮਾਂ ਅਸੀਂ ਜੀ ਲਏ, ਕਿਹੜੇ ਪਰਿਵਾਰ ਸਾਨੂੰ ਯਾਦ ਹਨ, ਕੀ ਪਤਾ ਹੈ ਸਾਨੂੰ? ਕੁਛ ਵੀ ਨਹੀਂ। ਕਿਤਨੀ ਵਾਰ ਅਸੀਂ ਚੰਗੇ ਬਣ ਗਏ, ਕਿਤਨੀ ਵਾਰ ਮਾੜੇ ਬਣ ਗਏ, ਕੀ ਰਹਿ ਗਿਆ ਉਹਦਾ? ਇਸ ਚੰਗੇ ਔਰ ਮਾੜੇ ਦੀ ਪਰੇ ਦੀ ਖੇਡ ਤਾਂ ਜਾਣੀਏ ਕੀ ਹੈ। ਗੁਰੂ ਕਹਿ ਰਿਹਾ ਉਹ ਤਾਂ ਖੇਡ ਹੈ। ਸੁਖ ਦੁੱਖ ਕੋ ਤੁਮ ਸਮ ਕਰ ਜਾਨ, ਔਰ ਮਾਨ ਅਪਮਾਨਾ, ਇਹ ਚੇਂਜ ਮਾਈਂਡ ਤੋਂ ਪਰੇ ਦਾ ਇੱਕ ਮਨ ਜਾਣ ਲਈਏ। ਉਹ ਕਿਵੇਂ ਮਿਲੇਗਾ ਮਹਾਰਾਜ? ਤੁਝ ਬਾਜ ਸਮਰਥ ਕੋਈ ਨਾ ਹੈ, ਕਿਰਪਾ ਕਰੇ ਬਨਵਾਰੀਆ। ਗੁਰੂ ਕਹਿੰਦਾ ਹੈ ਕਿ ਇਹ ਜਿਹੜਾ ਜਾਣਨਾ ਹੈ, ਇਹ ਬਿਨਾਂ ਨਿਰੰਕਾਰ ਦੀ ਕਿਰਪਾ ਦੇ ਨਹੀਂ ਹੋ ਸਕਦਾ। ਇਹ ਜਿਹੜੀ ਚੇਂਜਿੰਗ ਮਾਈਂਡ ਤੋਂ ਅਨਚੇਂਜਿੰਗ ਮਾਈਂਡ ਦੀ ਅਵਸਥਾ ਵਿੱਚ ਜਾਣਾ ਹੈ, ਇਹ ਗੁਰੂ ਦੇ ਬਿਨਾਂ ਨਹੀਂ ਹੋ ਸਕਦਾ। ਗੁਰੂ ਕੀ ਹੈ, ਗੁਰੂ ਦੇ ਕਿਤਨੇ ਦਰਸ਼ਨ ਹਨ, ਅਸੀਂ ਕਈ ਵਾਰ ਸਾਂਝੇ ਕਰ ਚੁੱਕੇ ਹਾਂ ਮਹਾਰਾਜ। ਪਰ ਇੱਥੇ ਅਸੀਂ ਪੀਸ ਲੱਭ ਸਕਦੇ ਹਾਂ, ਪੀਸਫੁਲ ਹੋ ਸਕਦੇ ਹਾਂ, ਈਵਨ ਖੁਸ਼ ਹੋ ਸਕਦੇ ਹਾਂ ਕੰਡੀਸ਼ਨ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ। ਪਰ ਉਹ ਸਾਰਾ ਇਲਿਊਜ਼ਨ ਹੈ ਮਹਾਰਾਜ। ਅਸੀਂ ਉਸ ਜੀਵਨ ਦੇ ਆਧਾਰ ਦੇ ਵਿੱਚ ਖੁਸ਼ ਹਾਂ ਜਿਹੜਾ ਸਦਾ ਲਈ ਨਹੀਂ ਹੈ। ਤਾਂ ਜਦੋਂ ਉਹ ਚੇਂਜ ਹੋਏਗਾ, ਸਾਡੀ ਮਨ ਦੀ ਅਵਸਥਾ ਚੇਂਜ ਹੋ ਜਾਏਗੀ। ਤਾਂ ਗੁਰੂ ਕਹਿੰਦੇ ਹਨ ਕਿ ਬਿਨਾਂ ਨਿਰੰਕਾਰ ਦੀ ਕਿਰਪਾ ਦੇ ਤੁਝ ਬਾਝ ਸਮਰਥ ਕੋਈ ਨਾ ਹੈ। ਤੇਰੇ ਬਿਨਾਂ ਸਮਰਥ ਕਿਸੇ ਕੋਲ ਨਹੀਂ ਹੈ ਸਮਰਥਾ। ਇਸ ਹਉਮੈ ਰੂਪੀ ਮਨ ਨੂੰ ਤਿਆਗ ਕੇ ਉਸ ਮਨ ਵਿੱਚ ਜਾਣ ਲਈ ਜਿੱਥੇ ਆਨੰਦ ਵਸਦਾ ਹੈ, ਇਹ ਸਮਰੱਥਾ ਸਿਰਫ ਕਿਰਪਾ ਨਾਲ ਮਿਲਦੀ ਹੈ, ਗੁਰਪ੍ਰਸਾਦ ਦੀ ਬਖਸ਼ਿਸ਼ ਹੈ। ਔਰ ਬਿਨਾਂ ਇਹਦੇ ਜੀਵਨ ਨਹੀਂ ਜਾਣਿਆ ਜਾਏਗਾ। ਨਹੀਂ ਜਾਣਿਆ ਜਾਏਗਾ ਕਿ ਜੀਵਨ ਦਾ ਤੱਤ ਕੀ ਹੈ। ਇਸ ਨੂੰ ਹੋਰ ਥਾਂ ਨਾਹੀਂ, ਸ਼ਬਦ ਲਾਗ ਸਵਾਰਿਆ। ਗੁਰੂ ਅਮਰਦਾਸ ਮਹਾਰਾਜ ਕਿਵੇਂ ਤੀਰ ਚਲਾਉਂਦੇ ਹਨ, ਉਸੇ ਨਿਸ਼ਾਨੇ ਤੇ ਬਾਰ-ਬਾਰ ਤੀਰ ਚਲਾ ਰਹੇ ਹਨ। ਸ਼ਬਦ ਦੀ ਗੱਲ ਪਿਛਲੀ 6 ਪੌੜੀਆਂ ਵਿੱਚ, 5 ਪੌੜੀਆਂ ਵਿੱਚ ਲਗਾਤਾਰ ਹੋ ਰਹੀ ਹੈ। ਅੱਜ ਫਿਰ ਸਾਹਮਣੇ ਰੱਖੀ ਹੈ ਸਾਡੇ, ਸਮਝਾ ਦਿੱਤਾ ਕਿ ਜੀਵਨ ਵਿਅਰਥ ਜਾਏਗਾ। ਇਹ ਸਰੀਰ ਹੈ, ਪਰ ਇਹ ਸਰੀਰ ਨੇ ਜਾਣਾ ਹੈ, ਔਰ ਇਹਦਾ ਬਿਨਾਂ ਸੱਚੇ ਨਾਲ ਲਿਵ ਲਗਾਏ ਇਹ ਸਰੀਰ ਦਾ ਕੋਈ ਮੁੱਲ ਨਹੀਂ ਹੈ। ਬਸ ਇੱਕ ਗੇਮ ਹੈ, ਇੱਕ ਸੁਪਨਾ ਹੈ। ਉਸ ਤੋਂ ਪਰੇ ਕੀ ਹੈ? ਇਹ ਸਾਰੇ ਚੇਂਜਿੰਗ ਵਰਲਡ ਤੋਂ ਪਰੇ ਕੀ ਹੈ ਜਿਹੜਾ ਥਿਰ ਹੈ? ਮੈਂ ਇੱਕ ਜਨਮ ਤੋਂ ਦੂਜੇ ਜਨਮ ਵਿੱਚ ਪਲਟਾ ਖਾਂਦਾ ਹਾਂ, ਕੀ ਬਦਲ ਰਿਹਾ ਹੈ? ਮੈਂ ਤੇ ਪੂਰਾ ਬਦਲ ਗਿਆ ਹਾਂ। ਉਹ ਕਿਹੜਾ ਹੈ ਜਿਹੜਾ ਅਨਚੇਂਜਿੰਗ ਹੈ, ਇਸ ਜਨਮ ਚੋਂ ਦੂਜੇ ਜਨਮ ਵਿੱਚ ਮੈਨੂੰ ਲਿਜਾ ਰਿਹਾ ਹੈ? ਚੇਂਜ ਦੇ ਥੱਲੇ ਅਨਚੇਂਜਿੰਗ ਕੀ ਹੈ, ਉਸ ਨੂੰ ਜਾਣਨਾ ਹੈ ਮਹਾਰਾਜ। ਆਫਟਰ ਆਲ ਅਸੀਂ ਕੋਈ ਦੀਵਾਰ ਦੇ ਉੱਤੇ ਰੰਗ ਕਰਦੇ ਹਾਂ, ਅੱਜ ਨੀਲਾ ਕਰਾਂਗੇ, ਫਿਰ ਪੀਲਾ ਕਰਾਂਗੇ, ਫਿਰ ਹਰਾ ਕਰਾਂਗੇ। ਬਦਲੀ ਤਾਂ ਹੋ ਰਿਹਾ ਹੈ, ਪਰ ਉਹ ਦੀਵਾਰ ਤੇ ਹੋ ਰਿਹਾ ਹੈ। ਦੀਵਾਰ ਤਾਂ ਅਨਚੇਂਜਿੰਗ ਹੈ, ਜੋ ਮਰਜ਼ੀ ਰੰਗ ਕਰ ਲਾਂਗੇ ਉਹਦਾ ਚੇਂਜ ਹੋ ਜਾਏਗਾ। ਮੇਰੇ ਮਨ ਵਿੱਚ ਕਿਹੜਾ ਅਨਚੇਂਜਿੰਗ ਅਵਸਥਾ ਹੈ ਜਿਹੜੀ ਮੇਰੇ ਤੇ ਦਰਸ਼ਨ, ਜਿਹਦੇ ਦਰਸ਼ਨ ਮੈਨੂੰ ਹੋ ਸਕਦੇ ਹਨ। ਮਨ ਨੂੰ ਚੂਰ ਦਈਏ, ਇਸ ਚੇਂਜਿੰਗ ਮਨ ਤੋਂ ਆਜ਼ਾਦ ਹੋ ਜਾਈਏ। ਇਹ ਮਨ ਚਲਤੇ ਹੋ, ਛੱਡੀਏ ਇਸ ਚਲਦੇ ਮਨ ਨੂੰ, ਕੁਛ ਚਿਰ ਲਈ ਛੱਡ ਦਈਏ, ਕੁਛ ਚਿਰ ਲਈ ਇਕਾਗਰ ਹੋ ਜਾਈਏ, ਕੁਛ ਚਿਰ ਲਈ ਥਾਟਲੈਸ ਹੋ ਜਾਈਏ, ਔਰ ਫਿਰ ਗੁਰੂ ਕੀ ਪਤਾ ਲੱਭ ਜੇ, ਦਰਵਾजे खोल दे। दसम द्वार कुंजी जब दीजे, तब दयाल को दर्शन कीजिए। ਇਹ ਇੱਕ ਵਾਰ नहीं, कई बार, बार बार पुकार पुकार गुरु सानू समझा रहा है।
ਕਿ ਜੀਵਨ ਵਿੱਚ ਇੱਕ ਤੱਤ ਹੈ ਜੋ ਸਦਾ ਲਈ ਹੈ, ਉਸ ਨੂੰ ਜਾਣੇ ਬਿਨਾਂ ਜੀਵਨ ਵਿਅਰਥ ਜਾਏਗਾ। ਦੇਖੋ ਮਹਾਰਾਜ, ਗੁਰੂ ਭਗਤ ਕਬੀਰ ਵੀ ਕਹਿ ਰਹੇ ਹਨ, ਅਸਮਾਨ ਮਿਆਨੇ ਲਹਿੰਗ ਦਰਿਆ ਗੁਸਲ ਕਰਦਨ ਬੂਦ। ਅਸੀਂ ਕਈ ਵਾਰ ਵਿਚਾਰ ਲਈ, ਇੱਕ ਮਨ ਦੀ ਅਵਸਥਾ ਹੈ ਜਿੱਥੇ ਸਦਾ ਹੀ ਆਨੰਦ ਹੈ, ਔਰ ਬਿਨਾਂ ਉਸ ਨੂੰ ਜਾਣੇ ਜੀਵਨ ਨਹੀਂ ਜਾਣਿਆ ਜਾ ਸਕਦਾ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਮਾਨਸ ਦੀ ਦੇਹੀ ਨੂੰ ਕਾਹਦੇ ਵਾਸਤੇ ਸਾਨੂੰ ਮਿਲੀ ਹੈ? ਤਾਂ ਕਿ ਮੈਂ ਗੁਰੂ ਦੀ ਸੇਵਾ ਵਿੱਚ ਭਗਤੀ ਕਮਾ ਲਵਾਂ, ਮੈਂ ਵੀ ਕਮਾ ਲਵਾਂ, ਆਪ ਵੀ ਕਮਾ ਲਵੋ, ਮਨ ਬਦਲ ਜਾਏ ਸਾਡਾ। ਇੱਕ ਪੈਰਾਮਾਊਂਟ ਐਨਰਜੀ ਹੈ ਜੀਵਨ ਦੀ, ਪ੍ਰਾਇਮਰੀ ਐਨਰਜੀ, ਜਿਸ ਤੋਂ ਵਾਂਝਾ ਰਹਿ ਰਿਹਾ ਹਾਂ ਮੈਂ, ਜਿਸ ਨੂੰ ਜਾਣ ਨਹੀਂ ਪਾ ਰਿਹਾ ਮੈਂ। ਸਿਰਫ ਚੇਂਜਿੰਗ ਮਾਈਂਡ ਨੂੰ ਜਾਣਦਾ ਹੈ ਵੈਸਟ, ਮਾਈਂਡ ਨੂੰ ਜਾਣਦਾ ਹੀ ਨਹੀਂ ਪੂਰੀ ਤਰ੍ਹਾਂ। ਗੁਰੂ ਕਹਿੰਦਾ ਹੈ ਕਿ ਇਹ ਮਿਲਿਆ ਹੀ ਇਸ ਕਰਕੇ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਾਂ ਕਿ ਮੈਂ ਗੁਰੂ ਦੀ ਸੇਵਾ ਸ਼ਬਦ ਦੇ ਨਾਲ ਸਾਂਝ ਪਾਵਾਂ। ਇਸ ਸ਼ਬਦ ਦੇ ਨਾਲ ਮੈਂ ਗਿਆਨ ਪ੍ਰਾਪਤ ਕਰ ਲਵਾਂ ਕਿ ਮਨ ਦੀ ਅਵਸਥਾ ਕਿਹੜੀ ਹੈ ਜਿਹਦੇ ਵਿੱਚ ਸਦਾ ਵਿਗਾਸ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ का यही लाहो। भजो गोविंद भूल मत जाहो। जब लग जरा रोग नहीं आया, जब लग काली ग्रसी नहीं काया, जब लग बिकल बही नहीं बानी, भज लै रहे मन सारंग बानी। भज लै, गाविए सुनिए, मन रखिए पाओ। गुरु तो हाजिर है, महाराज कहते टुक दम करारी जो करे हाजिर हजूर खुदाए। हाजिर हजूर सानू नहीं दिखता महाराज, सानू तो परेशानियां ही दिखदियां हैं जीवन दियां। मेरे जीवन का नज़रिया है, पिछले कर्म हैं, संस्कार हैं, संगत है, यह सब करके है, सब कुछ है। मेरे सुनन करके भी है, मैं सुन की रहा हाँ, मैं जीवन विच अबजॉर्ब की कर रहा हाँ, उस तरह मेरा मन प्रगट होंदा जा रहा है। गुरु ਜਿਹੜੀ ਅਵਸਥਾ ਦੀ ਗੱਲ ਸਾਡੇ ਨਾਲ ਸਾਂਝੀ ਕਰ ਰਹੇ ਹਨ, ਗੁਰ ਮਿਲ ਤਾਕੇ ਖੇਲ ਕਪਾਟ, ਬਾਹਰ ਨਾ ਆਵੇ ਜੋਨੀ ਬਾਟ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘਟ ਬੀਤਰ ਤੂੰ ਦੇਖ ਵਿਚਾਰ। ਬਾਰ ਬਾਰ ਗੁਰੂ ਕਹਿੰਦਾ ਘਟ ਬੀਤਰ, ਆਪਣੇ ਅੰਦਰ ਜਾਈਏ। ਫਿਰ ਅਸੀਂ ਤਾਂ ਪੰਥਕ ਤੌਰ ਤੇ ਅੰਦਰ ਜਾਣਾ ਹੀ, ਉਹਦੇ ਤੇ ਹੀ ਬਹਿਸ ਕਰ ਲੈਂਦੇ ਆ ਕਿ ਮਨ ਦੇ ਅੰਦਰ ਹੀ ਨਹੀਂ ਜਾਣਾ ਹੁੰਦਾ। ਵਿਚਾਰਾਂ ਨੂੰ ਦੇਖ ਕੇ ਉਹਦੇ ਪਾਰ ਜਾਣ ਦੀ ਅਸੀਂ ਵਿਧੀ ਹੀ ਨਹੀਂ ਅਪਣਾ ਰਹੇ ਹਾਂ। ਬੜਾ ਵੱਡਾ ਦੋਸ਼ ਹੈ ਮਹਾਰਾਜ। ਇਹ ਕਿਹੜਾ ਪਰਦਾ ਹੈ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ। ਇਹ ਜਿਹੜੀ ਪਾਲ ਹੈ, ਝੂਠ ਦੀ ਦੀਵਾਰ ਹੈ ਕੂੜ ਦੀ, ਇਹ ਕੀ ਹੈ? ਇਹ ਮੇਰਾ ਮਨ ਰੂਪੀ ਮਨ ਹੈ ਮੇਰਾ, ਜੋ ਵਿਚਾਰਾਂ ਰੂਪੀ ਮੇਰੇ ਸਾਹਮਣੇ ਪ੍ਰਗਟ ਹੋ ਰਿਹਾ। ਉਹਦੇ ਵਿਚਾਰਾਂ ਤੋਂ ਇਲਾਵਾ ਹੋਰ ਬਥੇਰੇ ਸੰਸਕਾਰ ਹਨ ਜਿਹੜੇ ਝੂਠ ਰੂਪ ਵਿੱਚ ਮੇਰੇ ਸਾਹਮਣੇ ਖੜੇ ਹਨ, ਮੈਨੂੰ ਦੇਖਣ ਨਹੀਂ ਦੇ ਰਹੇ ਜੀਵਨ ਕੀ ਹੈ। ਇਹ ਹਉਮੈ ਹੈ, ਔਰ ਹਉਮੈ ਦੇ ਆਧਾਰ ਤੇ ਇਹ ਜੀਵਨ ਹੈ। ਉੱਥੇ ਵਿਚਾਰ ਖੜੇ ਹਨ। ਕਾਹੇ ਰੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੇ ਸੰਗ ਸਮਾਈ। महाराज कह रहे हैं कि घट भीतर तू देख विचार, यही तेरा अवसर, यही तेरी बार, खट भीतर तू देख विचार। कहत कबीर जीत के हार, बहु बिद कहिए पुकार पुकार। महाराज सानू पुकार पुकार के कह रहे हैं, मैं नहीं सुन पा रहा। शोर इन्ना है जीवन का महाराज, बच्चे पालने हैं, ਇਹ ਕੰਮ ਕਰਨੇ ਹਨ, ਕਾਰੋਬਾਰ ਕਰਨੇ ਹਨ, ਸੁਸਾਇਟੀ ਨੂੰ ਸੰਭਾਲਣਾ ਹੈ, ਲੋਕਾਂ ਦੀ ਸੇਵਾ ਕਰਨੀ ਹੈ। ਇਹਦੇ ਵਿੱਚ ਜੀਵਨ ਦੀ ਆਵਾਜ਼ ਹੀ ਖਤਮ ਹੋ ਜਾ ਰਹੀ ਹੈ, ਸਾਰੀ ਸ਼ਕਤੀ ਖਿਣ ਹੋ ਜਾ ਰਹੀ ਹੈ, ਸਮਾਂ ਹੀ ਨਹੀਂ ਮਿਲਦਾ ਹੈ। ਮਹਾਰਾਜ ਦੀ ਸੰਗਤ ਵਿੱਚ ਇੱਕ ਹੋਰ ਗੱਲ ਸਮਝਣ ਵਾਲੀ ਹੈ। ਇਹ ਇੱਕ ਖਿਣ ਦੀ ਗੱਲ ਹੈ। ਮਹਾਰਾਜ ਕਹਿੰਦੇ ਹਨ ਕਿ ਜਿਹਦੇ ਵਿੱਚ
ਮਾਨਸ ਤੋਂ ਦੇਵਤਾ ਬਣ ਜਾਂਦਾ ਹੈ। ਕਰਤ ਨਾ ਲਾਗੀ ਵਾਰ, ਕਰਤ ਨਾ ਕੋਈ ਸਮਾਂ ਨਹੀਂ ਲੱਗ ਰਿਹਾ ਇਹਦੇ ਵਿੱਚ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਇਹਦਾ ਮਤਲਬ ਹੈ ਮੈਟਰ ਨਹੀਂ ਕਰਦਾ, ਸਮੇਂ ਦੀ ਇਸ਼ੂ ਨਹੀਂ ਹੈਗਾ ਹੈ। ਆਈ ਹੈਵ ਟੂ ਮੇਕ ਅਪ ਮਾਈ ਮਾਈਂਡ, ਔਰ ਗੁਰੂ ਦੀ ਹਜ਼ੂਰੀ ਵਿੱਚ ਮੈਨੂੰ ਹੋਣਾ ਚਾਹੀਦਾ ਹੈ। ਮੇਰੀ ਜੀਵਨ ਦਾ ਅਪਰੋਚ ਹੋਣਾ ਚਾਹੀਦਾ ਕਿ ਮੈਂ ਮਨ ਨੂੰ ਘੇਰਨ ਨੂੰ ਤਿਆਰ ਹਾਂ, ਇਸ ਮਨ ਨੂੰ ਤਿਆਗਣ ਨੂੰ ਤਿਆਰ ਹਾਂ, ਆਪਣੇ ਮਨ ਨੂੰ ਅਰਪਣ ਨੂੰ ਤਿਆਰ ਹਾਂ ਗੁਰੂ ਨੂੰ। ਔਰ ਫਿਰ ਤਾਂ ਗੁਰੂ ਕਹਿੰਦਾ ਖਿੰਨ ਵਿੱਚ ਹੋਏਗਾ, ਪਰ ਮੈਂ ਜੀਵਨ ਤੋਂ ਸ਼ਾਇਦ ਜਾਣਿਆ ਨਹੀਂ ਜੀਵਨ ਕੀ ਹੈ। ਮੈਂ ਜੀਵਨ ਦੇ ਐਕਸਪੀਰੀਅੰਸ ਦੇ ਪੇਨ ਨੂੰ ਅਬਜ਼ੌਰਬ ਨਹੀਂ ਕੀਤਾ, ਅਵੋਇਡ ਕੀਤਾ ਹੈ, ਤਾਂ ਮੈਨੂੰ ਸਮਝ ਹੀ ਨਹੀਂ ਆਉਂਦਾ ਕਿੰਨਾ ਪੇਨ ਹੈ ਜੀਵਨ ਵਿੱਚ। ਸੱਤ ਕੀ ਹੈ ਜੀਵਨ ਦਾ, ਜਿਸ ਜੀਵਨ ਨੂੰ ਮੈਂ ਜੀ ਰਿਹਾ ਹਾਂ, ਉਹਦੇ ਸੈਡਮੈਂਟ ਕੀ ਹੈ, ਔਰ ਜਿਹੜਾ ਅਸਲ ਜੀਵਨ ਹੈ ਜਿਹਦੀ ਗੁਰੂ ਗੱਲ ਕਰਦਾ ਹੈ ਉਹ ਕੀ ਹੈ। ਉਹਦਾ ਐਕਸਪੀਰੀਅੰਸ ਮੈਂ ਜਾਣ ਨਹੀਂ ਪਾਉਂਦਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰਾਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੀਏ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਹੈ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਗੱਲ ਤਾਂ ਚਿੱਤ ਲਗਾਉਣ ਦੀ ਹੈ ਮਹਾਰਾਜ, ਕਿ ਮੈਂ ਮਨ ਆਪਣਾ ਬਣਾ ਲਵਾਂ, ਕਿ ਮੈਂ ਸੱਤ ਨੂੰ ਜਾਣਨਾ ਹੈ, ਗੁਰੂ ਨੂੰ ਜਾਣਨਾ ਹੈ। ਜਗ ਜੀਵਨ ਦਾਤਾ ਪਾਇਆ, ਹਉ ਮੈਂ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ। ਬਿਨਾਂ ਹਉਮੈ ਨੂੰ ਮਾਰੇ ਸਾਚੀ ਲਿਵੇ ਨਹੀਂ ਮਿਲੇਗੀ ਮਹਾਰਾਜ। ਔਰ ਹਉਮੈ ਨੂੰ ਕਿਵੇਂ ਅਰਪਾਂਗੇ? ਗੁਰੂ ਅੱਗੇ ਅਰਪਾਂਗੇ, ਸ਼ਬਦ ਦੇ ਨਾਲ ਜੋੜ ਕੇ ਤੋੜਾਂਗੇ। ਸ਼ਬਦ ਹਉਮੈ ਨੂੰ ਮਾਰਦਾ ਹੈ, ਹਉਮੈ ਸ਼ਬਦ ਜਲਾਏ। ਇਹੀ ਗੱਲ ਸਮਝਣ ਵਾਲੀ ਹੈ ਕਿ ਜੋ ਜੀਵਨ ਮੈਂ ਜੀ ਰਿਹਾ ਹਾਂ ਉਹ ਇੱਕ ਅਧੂਰਾ ਜੀਵਨ ਹੈ। ਉਹ ਜੋ ਕੁਛ ਵੀ ਐਫਰਟ ਮੈਂ ਕਰਨ ਲੱਗਾ ਹਾਂ, ਇਤਨੀ ਐਨਰਜੀ ਜੀਵਨ ਵਿੱਚ ਲਗਾ ਰਿਹਾ ਹਾਂ ਟੂ ਸਸਟੇਨ ਇਟ, ਟੂ ਨਰਚਰ ਇਟ, ਟੂ ਪ੍ਰੋਗਰੈਸ ਇਟ, ਪਰ ਉਹ ਅੰਤਤଃ ਕੁਛ ਵੀ ਮੁੱਲ ਨਹੀਂ ਹੈ ਅਗਰ ਉਹ ਸ਼ਬਦ ਨਾਲ ਸਵਾਰਿਆ ਨਹੀਂ ਜਾ ਰਿਹਾ ਮਨ, ਅਗਰ ਉਹ ਭੇਦ ਨਹੀਂ ਖੋਲਿਆ ਜਿਸ ਭੇਦ ਵਿੱਚ ਕਾਲ ਰਹਿਤ ਜੀਵਨ ਮਿਲੇਗਾ। ਜਨ ਨਾਨਕ ਨਾਮ ਲੈ ਤਾਂ ਜੀਵੇ, ਬਿਨ ਨਾਵੇਂ ਖਿਨ ਮਰ ਜਾਇਆ। ਫਿਰ ਗੱਲ ਇੱਥੇ ਹੀ ਹੈ ਕਿ ਬਾਹਰਲੇ ਜੀਵਨ ਦਾ ਮੁੱਲ ਵੀ ਅਗਰ ਅਸੀਂ ਪਾਣਾ ਹੈ ਤੇ ਉਹ ਵੀ ਅੰਤਰ ਹੀ ਮਿਲੇਗਾ। ਜੈ ਕਹਾਂ ਪ੍ਰਭ ਤੂੰ ਵਰਤਨ ਦਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਦ ਤੱਕ ਘਰ ਵਿੱਚ ਸੁੱਖ ਨਹੀਂ ਮਿਲੇਗਾ, ਆਨੰਦ ਨਹੀਂ ਮਿਲੇਗਾ, ਬਾਹਰ ਦਾ ਸੁੱਖ ਕੁਛ ਮੁੱਲ ਨਹੀਂ ਰੱਖਦਾ ਹੈ, ਟੈਂਪਰਰੀ ਅਫੇਅਰ ਹੈ। ਗੁਰੂ ਸਾਹਿਬ ਸਾਨੂੰ ਇੱਕ ਇਹੋ ਜਿਹੀ ਮਨ ਦੀ ਅਵਸਥਾ ਦਾ ਗਿਆਨ ਦੇ ਰਹੇ ਹਨ ਜਿਹੜੀ ਸਦਾ ਲਈ ਹੈ ਮਹਾਰਾਜ, ਔਰ ਉਹਦਾ ਭੇਦ ਤਾਂ ਹੀ ਖੁੱਲੇਗਾ ਜਦੋਂ ਮੈਂ ਸ਼ਬਦ ਦੇ ਨਾਲ ਸਾਂਝ ਪਾਵਾਂਗਾ, ਜਦੋਂ ਮੈਂ ਸ਼ਬਦ ਦੇ ਨਾਲ ਮਨ ਨੂੰ ਪਲਟੀ ਮਾਰਾਂਗਾ। ਔਰ ਫਿਰ ਜੋ ਦਿਖਦਾ ਹੈ ਉਹ ਇਹੀ ਦਿਖਦਾ ਹੈ, ਮਾਨਸ ਕੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਦੇਵਤਾ ਕੌਣ ਹੈ ਹਜ਼ੂਰ? ਜਿਹੜਾ ਸਦਾ ਵਿਗਾਸ ਵਿੱਚ ਹੈ, ਜਿਹੜਾ ਕਾਲ ਰਹਿਤ ਜੀਵਨ ਵਿੱਚ ਜੀਂਦਾ ਹੈ, ਜਿਸ ਨੇ ਮਨ ਦਾ ਤੱਤ ਨੂੰ ਜਾਣ ਲਿਆ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੂਲ ਨੂੰ ਜਾਣ ਲਿਆ। ਇਸ ਤੁਝ ਬਾਦ ਸਮਰਥ ਕੋਈ ਨਾਹੀਂ, ਕਿਰਪਾ ਕਰੇ ਬਨਵਾਰੀਆ। ਇਸ ਨੂੰ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰਿਆ। ਸ਼ਬਦ ਦੇ ਨਾਲ ਸਾਂਝ ਪਾਈਏ, ਪ੍ਰੇਮ ਪਾਈਏ। ਸ਼ਬਦ ਉਠਤ ਬੈਠਤ ਸੋਵਤ ਜਾਗਤ, ਹੋ ਸਕਦਾ ਉਸ ਤਰਫ ਚੱਲੀਏ, ਗੁਰੂ ਦੇ ਧਿਆਨ ਵਿੱਚ, ਸ਼ਬਦ ਵਿੱਚ ਜਲੀਏ। ਇੱਕ ਸਪਾਰਕ ਕਿਧਰੇ ਹੁੰਦਾ ਹੈ, ਹਨੇਰੇ ਵਿੱਚ ਚਾਨਣ ਹੋ ਜਾਂਦਾ ਹੈ। ਸਾਹਿਬ, ਮੇਰੇ ਮਨ ਵਿੱਚ ਹਨੇਰਾ ਹੈ, ਸ਼ਬਦ ਦਾ ਇੱਕ ਸਪਾਰਕ ਵੀ ਆ ਜਾਏ, ਮਨ ਠਹਿਰ ਜਾਏਗਾ, ਜਾਣ ਜਾਏਗਾ ਕਿ ਮਨ ਦਾ ਸਤ ਹੈ। ਕਹੇ ਨਾਨਕ ਲਿਵੇਂ ਬਾਝੋ, ਕਿਆ ਕਰੇ ਵਿਚਾਰੀਆਂ। ਬਿਨਾਂ ਉਸ ਸਤ ਨਾਲ ਲਿਵ ਲਗਾਈ ਕੀ ਕਰਨਾ ਹੈ ਹਜ਼ੂਰ?
ਵਿਚਾਰਾ ਹੀ ਹੈ। ਬਿਨਾਂ ਕਿਸੇ ਚਾਰੇ ਦੇ ਮੌਤ ਆਏਗੀ, ਲੈ ਜਾਏਗੀ। ਇਸ ਮਨ ਨੂੰ ਵੀ ਤਿਆਗਿਆ ਜਾਏਗਾ, ਸਰੀਰ ਵੀ ਲੇਖੇ ਲੱਗ ਜਾਏਗਾ ਲੱਕੜ ਦੇ, ਹੋਰ ਉਸ ਤੋਂ ਵੱਧ ਕੁਛ ਨਹੀਂ ਹੈ। ਕਰਮਾਂ ਦੇ ਹਿਸਾਬ ਨਾਲ ਇਹ ਮਨ ਅੱਗੇ ਟੁਰ ਪਏਗਾ, ਕਿਉਂਕਿ ਬੰਨਿਆ ਹੋਇਆ ਹੈ, ਆਜ਼ਾਦ ਨਹੀਂ ਹੈ। ਔਰ ਬੰਧਨ ਕਿਸ ਨੇ ਪਾਇਆ ਹੈ? ਮੈਂ ਹੀ ਪਾਇਆ ਹੈ। ਹਉਮੈ ਦੇ ਆਧਾਰ ਦਾ ਜੀਵਨ ਜਾਣਦਾ ਹਾਂ ਮਹਾਰਾਜ, ਉਸ ਤੋਂ ਪਰੇ ਜੀਵਨ ਨਹੀਂ ਜਾਣਦਾ ਹਾਂ ਮੈਂ। ਗੁਰੂ ਸਾਹਿਬ ਸਮਝਾ ਰਹੇ ਹਨ ਕਿ ਕੁਛ ਵੀ ਚੇਂਜ ਕਰਨ ਦੀ ਲੋੜ ਨਹੀਂ ਸਰਫੇਸ ਤੇ, ਪਰ ਮਨ ਦੇ ਵਿੱਚ ਪੂਰਾ ਸਟਰਕਚਰ ਹੀ ਬਦਲਣ ਦੀ ਲੋੜ ਹੈ। ਬਾਹਰ ਕੁਝ ਚੇਂਜ ਕਰਨ ਦੀ ਲੋੜ ਨਹੀਂ ਹੈ। ਜੋ ਮਾੜੇ ਕਰਮ ਹੋ ਰਹੇ ਹਨ ਉਹ ਆਪਣੇ ਆਪ ਗਿਰ ਜਾਣਗੇ। ਮਨ ਨੂੰ ਸੰਭਾਲ ਲਈਏ ਪਹਿਲਾਂ। ਕੰਠ ਲਾਏ ਅਵਗੁਣ ਸਭ ਮੇਟੇ। ਸਾਰੇ ਅਵਗੁਣ ਮਿਟਦੇ ਹਨ ਜਦੋਂ ਗੁਰੂ ਮਿਲਦਾ ਹੈ। ਉਸ ਤੋਂ ਪਹਿਲਾਂ ਮੈਂ ਯਤਨ ਜਿੰਨੇ ਮਰਜ਼ੀ ਕਰ ਲਵਾਂ, ਮੇਟ ਨਹੀਂ ਪਾਵਾਂਗਾ। ਕੰਠ ਲਾਏ ਅਵਗੁਣ ਸਭ ਮੇਟੈ, ਦਿਆਲ ਪੁਰਖ ਬਖਸ਼ੰਦ। ਲੇਖਾ ਕਤਹੁ ਨਾ ਛੂਟੀਏ, ਹਮ ਖਿਨ ਖਿਨ ਭੁਲਨਹਾਰ। ਕਦੇ ਨਹੀਂ ਛੁੱਟਦਾ ਲੇਖਾ। ਬਖਸ਼ਣਹਾਰਾ ਬਖਸ਼ ਦੇ, ਨਾਨਕ ਪਾਰ ਉਤਾਰ। ਗੁਰੂ ਨੂੰ ਮਿਲਣ ਦੀ ਕਿਹੜੀ ਵਿਧੀ ਹੈ? ਗੁਰੂ ਕਿਵੇਂ ਪ੍ਰਤੱਖ ਹੋਏਗਾ? ਮਨ ਨੂੰ ਲਿਵ ਜੋੜਨੀ ਹੈ ਸੱਚ ਨਾਲ। ਆਨੰਦ ਨੂੰ ਕਿਵੇਂ ਜਾਣਾਂਗਾ ਮਹਾਰਾਜ? ਇਹੀ ਅਸੀਂ ਜਾਣਨਾ ਹੈ, ਇਹੀ ਅਸੀਂ ਸਿੱਖਣਾ ਹੈ। ਇੱਕ ਅਰਦਾਸ ਕਰੀਏ ਕਿ ਗੁਰੂ ਅਮਰਦਾਸ ਮਹਾਰਾਜ ਦੀ ਇਹ ਜਿਹੜੀ ਸੇਧ ਹੈ, ਸਿੱਖਿਆ ਹੈ, ਮੇਰੇ ਮਨ ਵਿੱਚ ਵਾਸਾ ਕਰੇ। ਮੈਂ ਜੀਵਨ ਨੂੰ ਉਸ ਤਰ੍ਹਾਂ ਢਾਲ ਲਵਾਂ ਮਹਾਰਾਜ, ਇੱਕ ਆਨੰਦ ਜਾਣ ਲਵਾਂ ਜੀਵਨ ਦੇ। ਮੌਤ ਨੂੰ ਆਉਣ ਤੋਂ ਪਹਿਲਾਂ ਖੇਤ ਹੀ ਕਰੋ ਨਿਬੇੜਾ। ਭਗਤ ਕਬੀਰ ਕਹਿੰਦੇ ਹਨ, ਖੇਤ ਹੀ ਜਲਦੀ ਐਸੇ ਸਰੀਰ ਦੇ ਹੁੰਦੇ ਹੁੰਦੇ। ਅੱਜ ਦੀ ਵਿਚਾਰ ਇਤਨੀ ਪ੍ਰਵਾਨ ਕਰਨਾ ਹਜ਼ੂਰ। ਆਪ ਸੁਧਾਰ ਜ਼ਰੂਰ ਕਰਨਾ। ਮੈਂ ਅਨੇਕਾਂ ਹੀ ਗਲਤੀਆਂ ਕਰ ਦਿੰਦਾ ਹਾਂ, ਫਲੋ ਦੇ ਵਿੱਚ ਕਈ ਵਾਰ ਗਲਤ ਬੋਲਿਆ ਵੀ ਜਾਂਦਾ ਹੈ। ਆਪ ਤੋਂ ਸਭ ਤੋਂ ਖਿਮਾ ਮੰਗਦਾ ਹਾਂ। ਗੁਰੂ ਨੂੰ ਅਰਦਾਸ ਹੈ, ਕਿਰਪਾ ਰੱਖੇ ਮਹਾਰਾਜ। ਗੁਰੂ ਨਾਲ ਮਿਲਣ ਦਾ ਇਹ ਸਮਾਂ ਮਿਲਦਾ ਹੈ। ਆਪ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਨਾਲ ਕੁਝ ਬਚਨ ਗੁਰੂ ਵੱਲ ਮੁੱਖ ਕਰਕੇ ਕੀਤੇ ਜਾਂਦੇ ਹਨ। ਉਹ ਮਨ ਦੇ ਵਿੱਚ ਇੱਕ ਆਨੰਦ ਬਣਦਾ ਹੈ। ਆਪ ਦੀ ਸੰਗਤ ਹੈ, ਗੁਰੂ ਦੀ ਕਿਰਪਾ ਹੈ ਮਹਾਰਾਜ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।